गुरु नानक पग पंकज बंदन पग पंकज बंदन सिमरो अंगद दुख निकंदन अमरदास गुर हृदय त्याऊं गुर हृदय त्याऊं श्री गुरु रामदास गुण गावों श्री अर्जन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी श्री तेग बहादुर परम कृपाला वाहिगुरु परम कृपाला श्री गुरु गोबिंद सिंह विसाला तरों तरा पर पुन पुन सीसा वाहिगुरु पुन पुन सीसा बंदों बार बार जगदीसा जा मैं अमृत ज्ञान है माणिक भगत बैराग श्री गुरु ग्रंथ साहिब उदद बंदों कर अनुराग कहाँ बुद्ध प्रभु तुछ हमारी बरन सकै महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी। सतनाम श्री वाहिगुरु साहिब जीओ नमो करत बुढ़ा पिखियो पद गहत हिलावै दौरत आए मोहरी कह बाक सुनावै नमो करत बुढ़ा पिखियो पद गहत हिलावै। वाहिगुरु जी का खालसा वाहिगुरु जी की फतेह। परम सन्मान योग जुगो जुग अटल चवर छत्र तख्त के मालिक सतगुरु श्री गुरु ग्रंथ साहिब सच्चे पातशाह महाराज जी दी पावन पवित्र हजूरी अंदर जुड़ बैठे गुरु स्वरूप खालसा सतसंगत जीओ आप जी वड्डियां भागां वाले हो जो हजूर दे सन्मुख बैठ के अमृतमयी बाणी दा रस पिन्ना कीर्तन गुरु घर दे सत्कारयोग कीर्तनियां दी रसना तो सरवण कर रहे सी। आओ कुछ समा उस परमेश्वर स्वरूप गुरु महाराज दी वडियाई इतिहास दे कथा राही कर सकीए। आप जी आसीस बख्शो सिर ते मेर परिया हथ रखो जिवें कल दे दीवान विच आप जी ने श्रवण कीता सी। गुरु अमरदास महाराज जी दे वड्डे सपुत्र सत्कारयोग बाबा मोहन जी जिन्हां दे कोल गुरबाणी दियां ओ हथ लिखत पोथियां ने जो पहली पातशाही तो लैके गुरु रामदास महाराज तक जो बाणी उच्चारण की गई
ਉਹ ਬਾਬਾ ਮੋਹਨ ਜੀ ਪਾਸ ਨੇ ਭਾਈ ਗੁਰਦਾਸ ਜੀ ਗਏ ਨੇ ਲੈਣ ਵਾਸਤੇ, ਪਰ ਸਫਲ ਨਾ ਹੋਏ। ਬਾਬਾ ਬੁੱਢਾ ਸਾਹਿਬ ਗਏ ਨੇ, ਮਸ਼ੱਕਤ ਬਹੁਤ ਕੀਤੀ, ਚਾਰਾ ਕੀਤਾ ਕਿਸੇ ਤਰ੍ਹਾਂ ਉਹ ਬਾਣੀ ਦੀਆਂ ਪੋਥੀਆਂ ਮਿਲ ਜਾਣ। ਪਰ ਜਾ ਕੇ ਜਿਉਂ ਹੀ ਬਾਬਾ ਮੋਹਨ ਜੀ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ, ਉਹ ਇੱਕ ਰਸ ਇੱਕ ਟੱਕ ਸਮਾਧੀ ਦੇ ਵਿੱਚ ਲੀਨ ਨੇ, ਜਿਨ੍ਹਾਂ ਨੂੰ ਹਿਲਾ ਕੇ ਜਗਾਉਣ ਦਾ ਯਤਨ ਬੜਾ ਕੀਤਾ ਪਰ ਸਫਲ ਨਾ ਹੋਏ। ਇਸੇ ਪ੍ਰਸੰਗ ਨੂੰ ਅੱਗੇ ਤੋਰਦੇ ਅੱਜ ਦੇ ਦੀਵਾਨ ਵਿੱਚ ਸ਼ਰਵਣ ਕਰਾਂਗੇ। ਆਪ ਜੀ ਅਸੀਸ ਬਖਸ਼ੋ, ਕੁਝ ਕਹਿਣ ਦਾ ਬਲ ਪ੍ਰਦਾਨ ਕਰੋ। ਇੱਕ ਵਾਰੀ ਰਸਨਾ ਪਵਿੱਤਰ ਕਰਦਿਆਂ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੌਰਤ ਆਏ ਮੋਹਰੀ ਕਹੇ ਬਾਕ ਸੁਨਾਵੈ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਧੱਕੇ ਨਾਲ ਦਰਵਾਜ਼ਾ ਖੋਲ੍ਹਿਆ, ਕੁਛ ਇੱਟਾਂ ਨੂੰ ਪਾਸੇ ਕਰਕੇ ਚੁਗਾਠ ਨੂੰ ਪੁੱਟ ਕੇ ਅੰਦਰ ਚਲੇ ਗਏ। ਜਾ ਕੇ ਮੋਢੇ ਤੋਂ ਫੜ ਕੇ ਹਿਲਾ ਕੇ ਯਤਨ ਕੀਤਾ ਹੈ ਬਾਬਾ ਮੋਹਨ ਜੀ ਨੂੰ ਸਮਾਧੀ ਚੋਂ ਉਠਾਇਆ ਜਾਵੇ। ਇੰਨੇ ਚਿਰ ਨੂੰ ਥੱਲਿਓਂ ਕਿਸੇ ਗਵਾਂਢੀ ਨੇ ਆਵਾਜ਼ ਸੁਣੀ, ਕੁਝ ਇੱਟਾਂ ਡਿੱਗਣ ਦੀ, ਦਰਵਾਜ਼ਾ ਭੰਨਣ ਦੀ। ਉਹਨੇ ਘਰ ਦੇ ਵਿੱਚ ਜਾ ਕੇ ਬਾਬਾ ਮੋਹਰੀ ਜੀ ਨੂੰ ਦੱਸਿਆ, ਕੋਈ ਬਾਬਾ ਮੋਹਨ ਜੀ ਦੇ ਚੁਬਾਰੇ ਵਿੱਚ ਗਿਆ ਹੈ, ਪਤਾ ਨਹੀਂ ਕੌਣ ਹੈ, ਪਰ ਦਰਵਾਜ਼ਾ ਖੋਲ੍ਹ ਕੇ ਅੰਦਰ ਪ੍ਰਵੇਸ਼ ਕਰ ਗਏ ਨੇ। ਜਦੋਂ ਬਾਬਾ ਮੋਹਰੀ ਜੀ ਨੂੰ ਪਤਾ ਲੱਗਾ, ਦੌੜਦੇ ਹੋਏ ਦਰਵਾਜ਼ੇ ਉਸ ਚੁਬਾਰੇ ਵੱਲ ਆਏ ਹਨ। ਕਿਉਂ ਸ਼ੀਰਤ ਹੋ ਇਨ ਹੋ ਕੋ ਨਿਤ ਮਸਤ ਸੁਭਾਉ। ਤੇ ਸ਼ਬਦ ਕਹਿ ਲੱਗੇ, ਬਾਬਾ ਜੀ ਤਾਂ ਮਸਤ ਸੁਭਾਅ ਨੇ, ਇਹ ਤਾਂ ਆਪਣੀ ਮਰਜ਼ੀ ਦੇ ਨਾਲ ਥੱਲੇ ਆਉਂਦੇ ਨੇ ਚੁਬਾਰੇ ਤੇ, ਕਿਉਂ ਤੰਗ ਕਰਦੇ ਹੋ ਇਹਨਾਂ ਨੂੰ? ਇਹਨਾਂ ਨੂੰ ਹਿਲਾਉਣ ਦਾ ਜਗਾਉਣ ਦਾ ਕੋਈ ਵੀ ਲਾਹਾ ਪ੍ਰਾਪਤ ਨਹੀਂ ਹੋਣ ਲੱਗਾ। ਬੜ ਲਗ ਨਹੀਂ ਵਿਚਾਰ ਤੋ ਨਹਿ ਦੇਖੈ ਕਾਊ। ਤੇ ਮਹਾਰਾਜ ਸੁਭਾਅ ਕਰਕੇ ਵੀ ਬੜਾ ਸਖਤ ਹੋ ਚੁੱਕਾ ਹੈ ਬਾਬਾ ਮੋਹਨ। ਇਹ ਨਹੀਂ ਵਿਚਾਰਦਾ ਵੀ ਕੌਣ ਹੈ, ਕਿਸ ਉਮਰ ਦਾ, ਕਿਸ ਅਵਸਥਾ ਦਾ ਆਦਮੀ ਮੇਰੇ ਅੱਗੇ ਖੜਾ ਹੈ। ਸੋ ਇਸ ਕਰਕੇ ਤੁਸੀਂ ਸਤਿਕਾਰਯੋਗ ਹੋ, ਗੁਰੂ ਅਰਜਨ ਸਾਹਿਬ ਨੇ ਤੁਹਾਨੂੰ ਭੇਜਿਆ ਹੈ। ਤੁਸੀਂ ਇਸ ਤਰ੍ਹਾਂ ਇਹਨੂੰ ਤੰਗ ਨਾ ਕਰਿਓ, ਕਿਉਂਕਿ ਇਹਨੇ ਉਮਰ ਨਹੀਂ ਦੇਖਣੀ ਤੁਹਾਡੀ। ਹੋ ਸਕਦਾ ਹੈ ਜੇ ਜਾਗ ਪੈਣ ਤੇ ਤੁਹਾਨੂੰ ਕੋਈ ਸਖਤ ਸ਼ਬਦ ਨਾ ਬੋਲਣ। ਸਰਾਪ ਆਦ ਨਿਸ਼ਠੁਰ ਪਨਹਿ ਹੇਰ ਤਰਿਸ ਧਾਰੈ। ਜਦੋਂ ਇਸ ਤਰ੍ਹਾਂ ਕੋਈ ਇਹਨਾਂ ਨੂੰ ਤੰਗ ਕਰੇ, ਇਹ ਫਿਰ ਗੁੱਸੇ ਵਿੱਚ ਆ ਜਾਂਦੇ ਨੇ। ਸ਼ਰਾਪ ਆਦਿਕ ਦਿੰਦਿਆਂ ਸਮਾਂ ਨਹੀਂ ਲਾਉਂਦੇ, ਰੁੱਖੇ ਸ਼ਬਦ ਬਹੁਤ ਵਰਤ ਦਿੰਦੇ ਹਨ। ਕਰਨਾ ਸਪਰ ਸੋ ਅੰਗ ਇਨ ਨਹਿ ਨਯਨ ਉਗਾਰੈ। ਸੋ ਇਸ ਕਰਕੇ ਤੁਸੀਂ ਇਹਨਾਂ ਨੂੰ ਸਪਰਸ਼ ਨਾ ਕਰੋ, ਇਹਨਾਂ ਨੂੰ ਹੱਥ ਨਾ ਲਾਓ, ਕਿਉਂਕਿ ਇਸ ਤਰ੍ਹਾਂ ਹਿਲਾਉਣ ਦੇ ਨਾਲ ਇਹਨਾਂ ਅੱਖਾਂ ਨਹੀਂ ਖੋਲਣੀਆਂ। ਨਿਜ ਸੁਭਾਉ ਮਹਿ ਮਸਤ ਰਹੈ ਕਿਹ ਸੰਗ ਨਾ ਬੋਲੈ। ਇਹ ਆਪਣੇ ਸੁਭਾਅ ਦੇ ਵਿੱਚ ਮਸਤ ਰਹਿੰਦੇ ਨੇ, ਜਦੋਂ ਜੀ ਕਰਦਾ ਉਦੋਂ ਹੀ ਕਿਸੇ ਦੇ ਨਾਲ ਬੋਲਦੇ ਨੇ, ਫਾਲਤੂ ਗੱਲ ਨਹੀਂ ਕਰਦੇ। ਆਪਣੇ ਆਨੰਦ ਦੇ ਵਿੱਚ ਇਕੱਲੇ ਦੂਰ ਚੁਬਾਰੇ ਤੇ ਰਹਿੰਦੇ ਨੇ। ਬਾਬਾ ਮੋਹਰੀ ਜੀ ਦਾ ਘਰ ਇੱਥੋਂ ਥੋੜਾ ਜਿਹਾ ਦੂਰ ਹੈ। ਸੋ ਇਸ ਕਰਕੇ ਕਹਿੰਦੇ ਇਹਨਾਂ ਨੂੰ ਇਕਾਂਤ ਬੜੀ ਪਸੰਦ ਹੈ, ਕਿਸੇ ਨਾਲ ਬੋਲਦੇ ਚਾਲਦੇ ਨਹੀਂ, ਇਕੱਲਿਆਂ ਰਹਿਣ ਦਾ ਇਹਨਾਂ ਦਾ ਮਨ ਬਹੁਤ ਖੁਸ਼ ਰਹਿੰਦਾ ਹੈ। ਬੈਠਿਓ ਅੰਤਰ ਇਮ ਰਹੈ ਕਬ ਕਬ ਦਰ ਖੁੱਲੈ। ਇਸੇ ਤਰ੍ਹਾਂ ਹੀ ਬੈਠੇ ਰਹਿੰਦੇ ਨੇ, ਕਈ ਦਿਨ ਅੰਦਰੋਂ ਦਰਵਾਜ਼ਾ ਬੰਦ ਕਰ ਲੈਂਦੇ ਨੇ। ਕਦੇ ਕਦਾਈ ਜਦੋਂ ਕਿਤੇ ਜੀ ਕਰੇ ਤਾਂ ਦਰਵਾਜ਼ਾ ਖੋਲਦੇ ਹਨ। ਜੁਗ ਹਾਥਨ ਭੋਜਨ ਕਰੈ ਜਬ ਤਜਹਿ ਸਮਾਦਾ। ਬਾਬਾ ਮੋਹਰੀ ਜੀ ਦੱਸ ਰਹੇ ਸਨ, ਬਾਬਾ ਬੁੱਢਾ ਸਾਹਿਬ ਜੀ ਜਦੋਂ ਕਦੇ ਦਰਵਾਜ਼ਾ ਖੋਲ ਕੇ ਬਾਹਰ ਆਉਂਦੇ ਨੇ ਤੇ ਫਿਰ ਆਪਣੇ ਪੇਟ ਦੀ ਭੁੱਖ ਨੂੰ ਦੂਰ ਕਰਦੇ ਨੇ, ਫਿਰ ਦੋਵਾਂ ਹੱਥਾਂ ਦੇ ਨਾਲ ਪ੍ਰਸ਼ਾਦ ਪਾਣੀ ਛਕ ਲੈਂਦੇ ਹਨ। ਨਾਹੇ ਤਾਂ ਬੈਠੈ ਇਸੀ ਬਿਦ ਅਨਗਾਦ ਅਗਾਦਾ। ਨਹੀਂ ਤੇ ਫਿਰ ਇਸੇ ਤਰ੍ਹਾਂ ਹੀ ਬੈਠੇ ਰਹਿੰਦੇ ਨੇ ਜਿਵੇਂ ਤੁਸੀਂ ਹੁਣ ਦੇਖ ਰਹੇ ਹੋ। ਉਹ ਅਗਾਧ ਬੋਧ ਪਰਮਾਤਮਾ ਦੇ ਨਾਲ ਲਿਵ ਜੋੜ ਲੈਂਦੇ ਨੇ। ਬਸ ਇਸੇ ਤਰ੍ਹਾਂ ਭਜਨ ਬੰਦਗੀ ਵਿੱਚ ਕਈ ਦਿਨ ਗੁਜ਼ਾਰ ਦਿੰਦੇ ਹਨ। ਸੁਨ ਬੁੱਢੇ ਤਿਸ ਦਿਸ਼ਾ ਕੋ ਬੰਧਨ ਪੁਨ ਕੀਨੀ। ਜਦੋਂ ਦੇਖਿਆ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਬਾਬਾ ਮੋਹਰੀ ਜੀ ਆਏ ਨੇ, ਜੋ ਇਸ ਤਰ੍ਹਾਂ ਦੇ ਬਚਨ ਦੱਸ ਰਹੇ ਸਨ, ਗੁਰੂ ਸਪੁੱਤਰ ਜਾਣ ਕੇ ਬੜਾ ਸਤਿਕਾਰ ਕੀਤਾ, ਝੁਕ ਕੇ ਨਮਸਕਾਰ ਕੀਤੀ ਹੈ। ਨਮੋ ਮੋਹਰੀ ਕੋ ਕਰੀ ਮਹਿਮਾ ਬੜ ਚੀਨੀ। ਬੜੀ ਵੱਡੀ ਮਹਿਮਾ ਹੈ ਗੁਰੂ ਸਪੁੱਤਰ ਨੇ। ਗੁਰੂ ਸੰਤਾਨ ਦਾ ਸਤਿਕਾਰ ਕਰਨਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ।
ਉਸ ਫਰਜ਼ ਨੂੰ ਨਿਭਾਉਂਦਿਆਂ ਭਾਵੇਂ ਉਮਰ ਕਰਕੇ ਬਾਬਾ ਬੁੱਢਾ ਸਾਹਿਬ ਵੱਡੇ ਨੇ, ਫਿਰ ਵੀ ਬਾਬਾ ਮੋਹਰੀ ਜੀ ਦਾ ਸਤਿਕਾਰ ਕੀਤਾ ਹੈ। ਗੁਰਬਾਣੀ ਹਾਥ ਨ ਲਗਹਿ ਉਰ ਬਿਖੈ ਵਿਚਾਰਾ। ਪਰ ਮਨ ਦੇ ਵਿੱਚ ਵਿਚਾਰ ਲਿਆ ਬਾਬਾ ਜੀ ਨੇ ਕਿ ਬਾਣੀ ਦੀਆਂ ਪੋਥੀਆਂ ਮੇਰੇ ਹੱਥ ਵਿੱਚ ਵੀ ਨਹੀਂ ਆਉਣੀਆਂ। ਪਤਾ ਲੱਗ ਰਿਹਾ ਸੀ ਕਿ ਬਾਬਾ ਮੋਹਨ ਜੀ ਤਾਂ ਨੇਤਰ ਹੀ ਨਹੀਂ ਖੋਲ ਰਹੇ, ਤੇ ਬਾਣੀ ਦੀਆਂ ਪੋਥੀਆਂ ਮੈਂ ਕਿਸ ਕੋਲੋਂ ਮੰਗਾਂਗਾ। ਇਉਂ ਲੱਗਦਾ ਮੈਂ ਵੀ ਖਾਲੀ ਹੱਥ ਹੀ ਵਾਪਸ ਜਾਵਾਂਗਾ। ਚਲਿਓ ਸੁਦਾਸਰ ਕੋ ਬਹੁਰ ਗੁਰ ਕੇ ਦਰਬਾਰਾ। ਅਖੀਰ ਬਾਣੀ ਹੱਥ ਨਾ ਆਈ ਜਾਣ ਕੇ ਬਾਬਾ ਬੁੱਢਾ ਸਾਹਿਬ ਜੀ ਵਾਪਸ ਅੰਮ੍ਰਿਤ ਸਾਹਿਬ ਦੀ ਧਰਤੀ ਨੂੰ ਚੱਲ ਪਏ ਹਨ। ਸ੍ਰੀ ਅਰਜਨ ਸੋ ਮਿਲਿਓ ਤਬ ਪਦ ਬੰਧਨ ਠਾਨੀ। ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਦੀਦਾਰ ਕੀਤਾ, ਨਮਸਕਾਰ ਕੀਤੀ, ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਦੇ ਹਨ। ਕਹੀ ਬਾਰਤਾ ਸਕਲ ਇਹੀ ਪਾਏ ਨਾ ਗੁਰਬਾਨੀ। ਤੇ ਸਾਰੀ ਗੱਲਬਾਤ ਦੱਸੀ। ਸਤਿਗੁਰੂ ਬਾਬਾ ਮੋਹਨ ਜੀ ਤਾਂ ਦਰਵਾਜ਼ੇ ਹੀ ਨਹੀਂ ਸਨ ਖੋਲਦੇ। ਮੈਂ ਦਰਵਾਜ਼ਾ ਤੋੜ ਕੇ ਅੰਦਰ ਵੀ ਗਿਆ, ਜਾ ਕੇ ਹਲਾਇਆ ਵੀ, ਪਰ ਉਹਨਾਂ ਮੇਰੀ ਗੱਲ ਨਹੀਂ ਸੁਣੀ, ਨਾ ਨੇਤਰੀ ਖੋਲਦੇ ਨੇ। ਉਹ ਸਾਰੀ ਵਾਰਤਾ ਦੱਸ ਦਿੱਤੀ ਕਿ ਪਾਤਸ਼ਾਹ ਕਾਰਜ ਮੇਰੇ ਕੋਲੋਂ ਨੇਪਰੇ ਨਹੀਂ ਚੜਿਆ, ਮਾਫ ਕਰਨਾ ਮੈਂ ਬਾਣੀ ਦੀਆਂ ਪੋਥੀਆਂ ਨਹੀਂ ਲਿਆ ਸਕਿਆ। ਨਹਿ ਸਮਾਦਤ ਸਿਕੀ ਖੁੱਲ੍ਹੇ ਜਾਚ ਹੈ ਕਿਸ ਪਾਸੀ। ਕਿਸ ਪਾਸੋਂ ਮੰਗਦਾ ਮੈਂ ਬਾਣੀ ਦੀਆਂ ਪੋਥੀਆਂ। ਬਾਬੇ ਮੋਹਨ ਕੋਲ ਨੇ, ਉਹ ਤਾਂ ਬੋਲਦੇ ਹੀ ਨਹੀਂ, ਅੱਗੋਂ ਅੱਖਾਂ ਹੀ ਨਹੀਂ ਖੋਲਦੇ। ਤੇ ਪਾਤਸ਼ਾਹ ਮੈਂ ਬਾਣੀ ਦੀਆਂ ਪੋਥੀਆਂ ਕਿਸ ਕੋਲੋਂ ਮੰਗਣੀਆਂ ਸਨ। ਉਹ ਦੇਵ ਹੈ ਸਭ ਪੋਥੀਆਂ ਕਿਸ ਕਰਹਿ ਹੁਲਾਸੀ। ਕੌਣ ਸੀ ਜੋ ਇਸ ਖੁਸ਼ੀ ਨੂੰ ਪ੍ਰਗਟ ਕਰ ਸਕਦਾ। ਮੈਂ ਕਿਸ ਪਾਸੋਂ ਮੰਗਣੀਆਂ ਸਨ ਪੋਥੀਆਂ, ਉੱਥੇ ਹੋਰ ਕੋਈ ਵੀ ਨਹੀਂ ਹੈ। ਤੋਰ ਕੇ ਵਾਰ ਪ੍ਰਵੇਸ਼ਿਓ ਬਹੁ ਭਾਂਤ ਹਿਲਾਇਓ। ਮਹਾਰਾਜ ਮੈਂ ਯਤਨ ਤਾਂ ਬਹੁਤ ਕੀਤਾ, ਦਰਵਾਜ਼ੇ ਦੀ ਚੂਥੀ ਪੁੱਟ ਕੇ ਮੰਦਰ ਵੀ ਗਿਆ, ਜਾ ਕੇ ਹਲਾਇਆ ਵੀ, ਪਰ ਉਹਨਾਂ ਨੇ ਮੇਰੀ ਗੱਲ ਨਾ ਸੁਣੀ। ਧਿਆਨ ਖੁੱਲਿਓ ਨਹਿ ਤਿਸੀ ਕਹੋ ਮੈਂ ਹਟ ਕਰ ਆਇਓ। ਧਿਆਨ ਨਹੀਂ ਟੁੱਟਿਆ ਉਹਨਾਂ ਦਾ, ਬੜਾ ਯਤਨ ਕੀਤਾ, ਹਾਰ ਕੇ ਥੱਕ ਕੇ ਮੈਂ ਵਾਪਸ ਆ ਗਿਆ ਹਾਂ। ਦੋਹਰਾ ਸੁਨ ਬੁੱਢੇ ਕੇ ਬਚਨ ਕੋ ਮਿਲ ਹੈ ਨਾ ਖੁੱਲ ਹੈ ਧਿਆਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸੁਣੇ ਵੀ ਹੱਦ ਹੋ ਗਈ, ਕਿਸੇ ਨੂੰ ਮਿਲਦੇ ਨਹੀਂ, ਕਿਸੇ ਨਾਲ ਬੋਲਦੇ ਨਹੀਂ, ਕਿਸੇ ਵੱਲ ਦੇਖਦੇ ਨਹੀਂ। ਇਹ ਕੈਸੀ ਅਵਸਥਾ ਹੈ ਬਾਬਾ ਮੋਹਨ ਜੀ ਦੀ। ਇਸ ਪਰ ਬਸ ਕੈਸੇ ਚਲਹਿ ਕਹਿਓ ਸੁਣੈ ਹੈ ਨਹਿ ਕਾਨ। ਆਪਣੇ ਮਨ ਵਿੱਚ ਹੀ ਵਿਚਾਰਨ ਲੱਗ ਪਏ ਸਤਿਗੁਰੂ ਵੀ ਕੀ ਵਸ ਚੱਲ ਸਕਦਾ ਹੈ ਕਿਸੇ ਦਾ, ਜਦੋਂ ਬੋਲਦੇ ਹੀ ਨਹੀਂ, ਦੇਖਦੇ ਹੀ ਨਹੀਂ, ਸੁਣਦੇ ਹੀ ਨਹੀਂ, ਫਿਰ ਕੌਣ ਹੈ ਜੋ ਇਸ ਕਾਰਜ ਨੂੰ ਨੇਪਰੇ ਚਾੜੇਗਾ। ਅੜਿਲ ਦਰ ਕੇ ਪੇਰ ਕੇ ਵਾਰ ਸਮਾਧ ਲਗਾਵਤੋ। ਸੁਣਿਆ ਦਰਵਾਜ਼ਾ ਬੰਦ ਕਰ ਲੈਂਦੇ ਨੇ, ਸਮਾਧੀ ਵਿੱਚ ਟਿਕ ਜਾਂਦੇ ਨੇ। ਕਈ ਕਈ ਦਿਨ ਇਸੇ ਤਰ੍ਹਾਂ ਹੀ ਬਤੀਤ ਹੁੰਦੇ ਹਨ। ਨਿਤ ਹੀ ਮਸਤ ਸੁਭਾਵ ਨਾ ਕੋਈ ਬਿਲਾਵਤੋ। ਮਸਤ ਸੁਭਾਅ ਦੇ ਮਾਲਕ ਨੇ, ਕਿਸੇ ਨਾਲ ਬੋਲਦੇ ਚਾਲਦੇ ਨਹੀਂ, ਆਪਣੀ ਮੌਜ ਦੇ ਵਿੱਚ ਅੰਦਰ ਬੈਠੇ ਹਨ। ਰਹਿ ਦੂਰ ਲਹਿ ਤਰਾਸ ਸਮੀਪ ਨਾ ਜਾਤ ਕੋ। ਦੱਸਿਆ ਸੀ ਭਾਈ ਗੁਰਦਾਸ ਨੇ, ਕਹਿ ਦਿੱਤਾ ਸੀ ਬਾਬਾ ਬੁੱਢਾ ਸਾਹਿਬ ਜੀ ਨੇ, ਮਹਾਰਾਜ ਕੋਈ ਵੀ ਉਹਨਾਂ ਦੇ ਚਬਾਰੇ ਉੱਪਰ ਜਾਣ ਦੀ ਹਿੰਮਤ ਨਹੀਂ ਕਰਦਾ। ਸਾਰੇ ਡਰਦੇ ਨੇ ਕਿ ਸਖਤ ਸੁਭਾਅ ਦਾ ਬਾਬਾ ਮੋਹਨ, ਕਿਧਰੇ ਸ਼ਰਾਪ ਨਾ ਦੇ ਦੇ, ਕਿਧਰੇ ਕੋਈ ਬਚਨ ਨਾ ਆਖ ਦੇਵੇ, ਇਸ ਕਰਕੇ ਸਾਰੇ ਡਰਦੇ ਹਨ। ਵੈ ਕ੍ਰੋਧਤ ਉਚਰੈ ਸਰਾਪ ਸੋ ਚਹਿਤ ਇਕਾਂਤ ਕੋ। ਕਿਉਂਕਿ ਉਹ ਇਕਾਂਤ ਪਸੰਦ ਮਨੁੱਖ ਹੈ, ਉਹਨੂੰ ਇਕਾਂਤ ਬਹੁਤ ਪਸੰਦ ਹੈ। ਜਦੋਂ ਕਿ ਉਹਦੇ ਕੋਲ ਜਾਵੇ ਪਤਾ ਨਹੀਂ ਉਹਨੇ ਕਿਸ ਸੁਭਾਅ ਕਿਹੜਾ ਬਚਨ ਕਹਿ ਦੇਣਾ ਹੈ। ਸੋ ਇਸ ਕਰਕੇ ਸਾਰੇ ਪਾਸਾ ਵੱਟਦੇ ਨੇ ਵੀ ਆਪਾਂ ਕੀ ਲੈਣ ਜਾਣਾ ਉਸ ਚੁਬਾਰੇ ਵਿੱਚ। ਮਹਾਰਾਜ ਕੋਈ ਵੀ ਆਸੇ ਪਾਸੇ ਨਹੀਂ ਜਾਂਦਾ। ਹਮਰੇ ਪਿਤ ਕੇ ਸਾਥ ਰਿਸਾਵਤ ਹੀ ਰਹਿਓ। ਪੰਜਵੇਂ ਪਾਤਸ਼ਾਹ ਆਪਣੇ ਮਨ ਵਿੱਚ ਸੋਚਦੇ ਨੇ ਕਿ ਸਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਵੀ ਉਹਦਾ ਹਮੇਸ਼ਾ ਗੁੱਸਾ ਗਿਲਾ ਹੀ ਰਿਹਾ ਹੈ। ਗੁੱਸਾ ਗਿਲਾ ਕਿਸ ਗੱਲ ਦਾ ਅੱਗੇ ਜਾ ਕੇ ਦੱਸਦੇ ਹਨ। ਗੁਰਤਾ ਪ੍ਰਾਪਤ ਨਾਹੀਂ ਦਵੈਸ਼ ਯਾਤੇ ਚਾਹਿਓ। ਦਵੈਸ਼ ਇਸ ਕਰਕੇ ਮਨ ਵਿੱਚ ਆ ਗਈ ਕਿ ਗੁਰਤਾ ਗੱਦੀ ਦਾ ਹੱਕ ਸਾਡਾ ਬਣਦਾ ਸੀ, ਪਰ ਲੈ ਗੁਰੂ ਰਾਮਦਾਸ ਗਏ। ਇਉਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਦੇਖੋ ਸਾਡੇ ਪਿਤਾ ਦੇ ਨਾਲ ਵੀ ਸਾਰੀ ਉਮਰ ਗੁੱਸਾ ਹੀ ਕੀਤਾ ਹੈ। ਸ੍ਰੀ ਗੁਰੂ ਤਿਨ ਕੇ ਪਿਤਾ ਬਿਰਧ ਤਨ ਬੈ ਮਹਾ। ਮਹਾਰਾਜ ਕਹਿਣ ਲੱਗੇ ਉਹਨਾਂ ਦੇ ਪਿਤਾ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦੀ ਬੜੀ ਆਰਬਲਾ ਹੋਈ, ਉਮਰ ਕਰਕੇ ਬੜੇ ਬਜ਼ੁਰਗ ਹੋ ਚੁੱਕੇ ਸਨ ਸਰੀਰ ਕਰਕੇ,
ਜੋ ਇਤਨੀ ਵੱਡੀ ਮਹਾਨ ਸ਼ਖਸੀਅਤ ਸਨ। ਹੋ ਕਹਿਓ ਨਾ ਮਾਨਿਓ ਬਾਕ ਪ੍ਰੇਮ ਤੇ ਬਹੁ ਕਹਾ। ਮਹਾਰਾਜ ਕਹਿੰਦੇ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਸੀ ਬਾਬੇ ਮੋਹਨ ਦਾ, ਆਪਣੇ ਗੁਰੂ ਪਿਤਾ ਦੀ ਵੀ ਕਦੇ ਗੱਲ ਨਹੀਂ ਮੰਨੀ। ਭਾਵਾਂ ਕਿ ਸਤਿਗੁਰੂ ਬੜੇ ਮਿੱਠ ਬੋਲੜੇ ਸਨ, ਬੜੇ ਪਿਆਰ ਦੇ ਨਾਲ ਸਮਝਾਉਣਾ, ਵੱਡਾ ਪੁੱਤਰ ਜਾਣ ਕੇ ਕਹਿਣਾ, ਪਰ ਉਹਨਾਂ ਦੇ ਵੀ ਬਚਨ ਕਦੀ ਇਹਨਾਂ ਚੰਗੀ ਤਰ੍ਹਾਂ ਮੰਨੇ ਨਹੀਂ ਸਨ। ਇਨ ਕਾਰਨ ਤੇ ਦੁਲਬ ਸ਼ਬਦ ਸਭ ਗੁਰਨ ਕੇ। ਪਰ ਨਾਲ ਹੀ ਪਾਤਸ਼ਾਹ ਕਹਿਣ ਲੱਗੇ ਜੋ ਵੀ ਕਾਰਨ ਹੈ, ਜਿਸ ਤਰ੍ਹਾਂ ਦਾ ਵੀ ਸੁਭਾਅ ਹੈ, ਪਰ ਆਪਾਂ ਤੇ ਉਹਨਾਂ ਕੋਲੋਂ ਗੁਣ ਲੈਣਾ ਹੈ। ਗੁਰੂ ਸਾਹਿਬ ਦੀ ਪਵਿੱਤਰ ਬਾਣੀ ਉਹਨਾਂ ਦੇ ਕੋਲ ਹੈ, ਆਪਾਂ ਇਸ ਤਰ੍ਹਾਂ ਈਰਖਾ ਕਰਦੇ ਚੰਗੇ ਨਹੀਂ ਲੱਗਦੇ। ਜਿਸ ਤਰ੍ਹਾਂ ਦਾ ਵੀ ਸੁਭਾਅ ਹੋਵੇ, ਅਸੀਂ ਤਾਂ ਗੁਰਬਾਣੀ ਦਾ ਖਜ਼ਾਨਾ ਪ੍ਰਾਪਤ ਕਰਨਾ ਹੈ। ਸ੍ਰੀ ਅਰਜਨ ਚਿਤਵੰਤ ਕਾਜ ਨਿਜ ਪੂਰਨ ਕੇ। ਇਸ ਕਰਕੇ ਸਤਿਗੁਰੂ ਮਨ ਵਿੱਚ ਵਿਚਾਰਦੇ ਨੇ ਬੈਠੇ ਸੰਗਤਾਂ ਵਿੱਚ ਵੀ ਕਿਸ ਤਰ੍ਹਾਂ ਇਹ ਕਾਰਜ ਨੇਪਰੇ ਚੜ ਸਕਦਾ ਹੈ। ਭਾਈ ਗੁਰਦਾਸ ਗਏ ਨੇ, ਬਾਬਾ ਬੁੱਢਾ ਸਾਹਿਬ ਗਏ ਨੇ, ਕੋਈ ਕਾਮਯਾਬ ਨਹੀਂ ਹੋਇਆ। ਕੀ ਕੀਤਾ ਜਾਵੇ, ਕਿਸ ਤਰ੍ਹਾਂ ਕਰੀਏ ਵੀ ਉਹ ਬਾਣੀ ਦੀਆਂ ਪੋਥੀਆਂ ਸਾਡੇ ਕੋਲ ਪਹੁੰਚ ਜਾਣ। ਆਪ ਜਾਏ ਚਲ ਪਾਸ ਸੋ ਕੀਰਤ ਕੋ ਕਹੈ। ਫਿਰ ਮਨ ਦੇ ਵਿੱਚ ਫੁਰਨਾ ਬਣਿਆ, ਕਿਉਂ ਨਾ ਅਸੀਂ ਖੁਦ ਚੱਲ ਕੇ ਜਾਈਏ। ਅਕਸਰ ਗੁਰੂ ਨਾਨਕ ਦੀ ਬਾਣੀ ਹੈ ਉਹਨਾਂ ਦੇ ਕੋਲ। ਇਸ ਤਰ੍ਹਾਂ ਵਿਚਾਰ ਕੀਤੀ ਕਿ ਅਸੀਂ ਖੁਦ ਹੀ ਚੱਲ ਕੇ ਗੋਇੰਦਵਾਲ ਸਾਹਿਬ ਜਾਵਾਂਗੇ। ਹੋ ਸੁਨਨੇ ਜੇ ਹੋਏ ਪ੍ਰਸੰਨ ਪੋਥੀਆਂ ਸਭ ਲਹਾਂ। ਮਹਾਰਾਜ ਕਹਿੰਦੇ ਜਾ ਕੇ ਉਪਮਾ ਕਰਾਂਗੇ ਬਾਬੇ ਮੋਹਨ ਦੀ, ਮਿੱਠ ਬੋਲੜੇ ਬੋਲ ਬੋਲਾਂਗੇ, ਕੀ ਪਤਾ ਪ੍ਰਸੰਨ ਹੋ ਕੇ ਮਨ ਵਿੱਚ ਦਇਆ ਪੈ ਜਾਏ ਤੇ ਉਹ ਬਾਣੀ ਦਾ ਖਜ਼ਾਨਾ ਸਾਡੇ ਹੱਥ ਵਿੱਚ ਆ ਜਾਵੇ। ਬਿਨ ਹਮਰੇ ਤੁਹੇ ਗਏ ਹਾਥ ਨਹਿ ਆਵਈ। ਔਰ ਨਾਲ ਹੀ ਇਹ ਫੈਸਲਾ ਕਰ ਲਿਆ ਕਿ ਜੇ ਅਸੀਂ ਨਾ ਗਏ ਤੇ ਬਾਣੀ ਤੋਂ ਸਿੱਖ ਵਾਂਝੇ ਰਹਿ ਜਾਣਗੇ। ਇਹ ਪਵਿੱਤਰ ਖਜ਼ਾਨਾ ਕਦੇ ਵੀ ਇਹਨਾਂ ਨੂੰ ਪ੍ਰਾਪਤ ਨਹੀਂ ਹੋਏਗਾ। ਇਸ ਕਰਕੇ ਸਾਨੂੰ ਅਵੱਛ ਗੋਇੰਦਵਾਲ ਸਾਹਿਬ ਜਾਣਾ ਪਵੇਗਾ। ਅਪਰ ਨ ਕਿਸਹੂ ਪਾਸ ਜੇ ਤਹਾਂ ਲਿਖਾਵਈ। ਹੋਰ ਕਿਸੇ ਦੇ ਪਾਸ ਹੋਏ ਪੋਥੀਆਂ ਵੀ ਨਹੀਂ ਬਾਣੀ ਦੀਆਂ, ਜਿੱਥੋਂ ਸਿੱਖ ਨੂੰ ਭੇਜ ਕੇ ਕੋਈ ਉਤਾਰਾ ਕਰਵਾ ਲਈਏ, ਕੋਈ ਉਲੱਥਾ ਕਰਵਾ ਲਈਏ। ਐਸਾ ਕੋਈ ਸਿੱਖ ਨਹੀਂ ਜਿਹਦੇ ਪਾਸ ਏਡਾ ਵੱਡਾ ਬਾਣੀ ਦਾ ਖਜ਼ਾਨਾ ਹੋਵੇ। ਇਹ ਸਾਰੇ ਚਾਰ ਪਾਤਸ਼ਾਹੀਆਂ ਦੇ ਸ਼ਬਦ ਬਾਬਾ ਮੋਹਨ ਜੀ ਪਾਸ ਹੀ ਹਨ। ਉਚ ਰਹਿ ਸੋ ਜਸ ਬਿਲਾਸ ਪ੍ਰਸੰਨ ਜੇ ਹੋਵਈ। ਜੇ ਉਹਨਾਂ ਦੇ ਪ੍ਰਥਾਏ ਕੋਈ ਸ਼ੁਭ ਬਚਨ ਬੋਲੇ ਜਾਣ, ਉਹਨਾਂ ਦੀ ਮਹਿਮਾ ਕੀਤੀ ਜਾਵੇ, ਤੇ ਸੰਸਾਰ ਵਿੱਚ ਤਾਂ ਇਹ ਚੱਲਦਾ ਹੀ ਆਇਆ ਹੈ। ਕਿਸੇ ਕੋਲੋਂ ਵੀ ਕੋਈ ਕੰਮ ਲੈਣਾ ਹੋਵੇ, ਉਹਦੀ ਪਹਿਲਾਂ ਮਹਿਮਾ ਕੀਤੀ ਜਾਂਦੀ ਹੈ, ਉਹਦਾ ਗੁਣਗਾਨ ਕੀਤਾ ਜਾਂਦਾ ਹੈ। ਇਸੇ ਕਰਕੇ ਜਦੋਂ ਕਥਾ ਵੀ ਆਰੰਭ ਕਰੀਦੀ ਏ ਜਾਂ ਹੁਕਮਨਾਮਾ ਸਾਹਿਬ ਲਈਦਾ ਹੈ, ਉਦੋਂ ਪਹਿਲਾਂ ਮਹਾਰਾਜ ਦਾ ਮੰਗਲ ਕੀਤਾ ਜਾਂਦਾ ਹੈ। ਉਹ ਮੰਗਲ ਰੂਪ ਵਿੱਚ ਉਹ ਸ਼ਬਦ ਪੜ੍ਹੇ ਜਾਂਦੇ ਨੇ ਜਿਹਦੇ ਵਿੱਚ ਸਤਿਗੁਰੂ ਦੀ ਬੜੀ ਵੱਡੀ ਮਹਾਨਤਾ ਹੋਵੇ ਔਰ ਆਪਣੇ ਆਪ ਨੂੰ ਜੀਵ ਤੁੱਛ ਸਮਝੇ। ਜਦੋਂ ਅਸੀਂ ਇਹ ਸ਼ਬਦ ਕਹਿੰਦੇ ਆ, ਬੇਸ਼ੁਮਾਰ ਅਥਾਹ ਅਗਣਤਾ ਤੋਲੇ, ਮਹਾਰਾਜ ਤੂੰ ਤਾਂ ਬੇਸ਼ੁਮਾਰ ਹੈ, ਅਥਾਹ ਹੈ, ਅਗਣਤ ਹੈ, ਤੈਨੂੰ ਤੋਲਿਆ ਨਹੀਂ ਜਾ ਸਕਦਾ। ਤੇ ਫਿਰ ਦਾਸ ਕਹਿੰਦਾ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਇੱਥੇ ਆਪ ਦਾਸਾ ਭਾਵ ਰੱਖਣਾ। ਜਦੋਂ ਆਪਣੇ ਮਾਲਕ ਦੀ ਵਡਿਆਈ ਕਰਨਾ, ਪਹਿਲਾਂ ਉਹਨੂੰ ਉੱਚਾ ਪ੍ਰਗਟ ਕਰਨਾ। ਉਹ ਤਾਂ ਹੈ ਹੀ ਉੱਚਾ, ਆਪਣੇ ਅੰਦਰੋਂ ਗੁਣ ਆ ਜਾਂਦੇ ਨੇ ਜਦੋਂ ਉਹਦੀ ਵਡਿਆਈ ਕਰੀਏ। ਸੋ ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫੈਸਲਾ ਕੀਤਾ ਕਿ ਭਾਵੇਂ ਕਿੰਨੇ ਵੀ ਸਖਤ ਸੁਭਾਅ ਦੇ ਨੇ ਬਾਬਾ ਮੋਹਨ, ਜਦੋਂ ਆਖਰ ਅਸੀਂ ਪਿਆਰ ਦੇ ਨਾਲ ਜਾ ਕੇ ਬੁਲਾਵਾਂਗੇ, ਭਾਵੇਂ ਜਿੰਨੀਆਂ ਮਰਜ਼ੀ ਝਿੜਕਾਂ ਮਾਰਨ, ਕਿਉਂ ਨਾ ਉਹਨਾਂ ਦੇ ਮਨ ਵਿੱਚ ਦਇਆ ਆਏਗੀ। ਅਖੀਰ ਇਨਸਾਨ ਨੇ ਸਾਡੇ ਬਚਨਾਂ ਨੂੰ ਜ਼ਰੂਰ ਪ੍ਰਭਾਵਿਤ ਹੋਣਗੇ। ਹੋ ਸਾਦਰ ਦੇਹ ਬੁਲਾਏ ਕ੍ਰੋਧ ਉਰ ਖੋਵਈ। ਜਦੋਂ ਅਸੀਂ ਸਤਿਕਾਰ ਦੇ ਨਾਲ ਸੀਸ ਝੁਕਾ ਕੇ ਖੜੇ ਹੀ ਰਵਾਂਗੇ, ਅਖੀਰ ਤੇ ਸਤਿਕਾਰ ਕਰਨਗੇ। ਭਾਵੇਂ ਇੱਕ ਵਾਰੀ ਉਹਨਾਂ ਨੂੰ ਗੁੱਸਾ ਲੱਗੇ, ਅੱਖਾਂ ਖੋਲਦਿਆਂ ਉਹਨਾਂ ਨੂੰ ਜਗਾਉਂਦਿਆਂ, ਅਖੀਰ ਉਹ ਸਾਨੂੰ ਖਾਲੀ ਨਹੀਂ ਮੋੜਨਗੇ। ਵੱਡਿਆਂ ਨੇ ਇਹ ਸੁਭਾਵ ਸਰਲਤਾ ਜਾਣ ਕੈ। ਇਹ ਵੱਡਿਆਂ ਦਾ ਸੁਭਾਅ ਹੈ। ਉਹ ਜਾਣ ਜਾਂਦੇ ਨੇ ਵੀ ਕਿਸੇ ਦੀ ਵੀ ਵਡਿਆਈ ਕਰੋ, ਉਹਦੇ ਅੰਦਰ ਵੀ ਦਇਆ ਆ ਜਾਂਦੀ ਹੈ, ਉਹਦੇ ਅੰਦਰ ਵੀ ਸਰਲਤਾ ਆ ਜਾਂਦੀ ਹੈ। ਜਿਸ ਸੁਨਤ ਰਿਸਹਾਨ ਕਹਿਓ ਲੈ ਮਾਨ ਕੈ। ਹਾਂ, ਉਹਦੇ ਜਿਹੜੇ ਅੰਦਰ ਦਾ ਗੁੱਸਾ ਹੈ, ਜੇ ਉਹਦੇ ਸਾਹਮਣੇ ਪਿਆਰੇ ਬੋਲ ਬੋਲੇ ਜਾਣਗੇ, ਉਹ ਜ਼ਰੂਰ ਇਸ ਗੁੱਸੇ ਨੂੰ ਹਟਾ ਦੇਣਗੇ। ਔਰ ਪਿਛਲੇ ਸਮੇਂ ਤੋਂ ਜੋ ਗੁਰੂ ਪਿਤਾ ਨਾਲ ਗਿਲਾ ਕਰਦੇ ਆਏ ਨੇ ਗੁੱਸਾ, ਉਸ ਪੁਰਾਣੀ ਜਿਹੜੀ ਈਰਖ ਹੈ ਉਹਨੂੰ ਮਨ ਵਿੱਚੋਂ ਕੱਢ ਦੇਣਗੇ। ਕਰੈ ਸੁਰ ਵਿਸ਼ਵਾਸ ਕਾਜ ਹੋਏ ਜਾਵਈ। ਵਿਸ਼ਵਾਸ ਹੈ ਸਤਿਗੁਰੂ ਦੇ ਮਨ ਦੇ ਵਿੱਚ, ਪੱਕਾ ਭਰੋਸਾ ਹੈ ਕਿ ਇਹ ਕਾਰਜ ਜ਼ਰੂਰ ਨੇਪਰੇ ਚੜ ਜਾਏਗਾ।
ਅਸੀਂ ਜਾਵਾਂਗੇ, ਜਾ ਕੇ ਬੇਨਤੀ ਕਰਾਂਗੇ, ਬਾਬਾ ਮੋਹਨ ਜੀ ਜ਼ਰੂਰ ਪੋਥੀਆਂ ਦੇਣਗੇ। ਹੋ ਜਾਤੇ ਚਲਬੇ ਬਣ ਹੈ ਨਾ ਸਸੈ ਆਵਈ। ਸੋ ਇਸ ਕਰਕੇ ਪਾਤਸ਼ਾਹ ਜੀ ਕਹਿਣ ਲੱਗੇ ਸਾਨੂੰ ਚੱਲਣਾ ਹੀ ਬਣਦਾ ਹੈ। ਜੇ ਅਸੀਂ ਨਾ ਗਏ ਤੇ ਇਹ ਖਜ਼ਾਨਾ ਸਾਨੂੰ ਪ੍ਰਾਪਤ ਨਹੀਂ ਹੋਵੇਗਾ। ਸ੍ਰੀ ਗੁਰੂ ਅਰਜਨ ਨਾਥ ਬਿਲਾਸ ਵਿਚਾਰ ਕੈ। ਸੋ ਇਸ ਤਰ੍ਹਾਂ ਕਰਕੇ ਮਨ ਦੇ ਵਿੱਚ ਫੁਰਨਾ ਪੱਕਾ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਹੁਣ ਚੱਲਣ ਦੀ ਤਿਆਰੀ ਵਿੱਚ ਹਨ। ਕਰਬੇ ਬਣ ਹੈ ਜ਼ਰੂਰ ਆਲਸੋ ਟਾਲ ਕੈ। ਕਹਿ ਲਗੇ ਫਿਰ ਦੇਰ ਕਿਸ ਗੱਲ ਦੀ, ਆਲਸ ਕਿਸ ਗੱਲ ਦਾ, ਜਦੋਂ ਸਾਨੂੰ ਹੀ ਜਾਣਾ ਪੈਣਾ ਹੈ ਤੇ ਕਿਉਂ ਨਾ ਬਿਨਾਂ ਦੇਰੀ ਤੋਂ ਉਸ ਧਰਤੀ ਵੱਲ ਨੂੰ ਚੱਲਿਆ ਜਾਵੇ। ਸਭ ਜਗ ਪਰ ਉਪਕਾਰ ਬੀੜ ਸ੍ਰੀ ਗ੍ਰੰਥ ਕੀ। ਕਿਉਂਕਿ ਬੜਾ ਵੱਡਾ ਮਨੁੱਖਤਾ ਦੇ ਉੱਤੇ ਪਰ ਉਪਕਾਰ ਹੋਵੇਗਾ, ਇਹ ਇਕੱਲੇ ਸਿੱਖਾਂ ਵਾਸਤੇ ਨਹੀਂ। ਮਹਾਰਾਜ ਕਹਿਣ ਲੱਗੇ ਇਹ ਜੋ ਬਾਣੀ ਦਾ ਖਜ਼ਾਨਾ ਅਸੀਂ ਇਕੱਤਰ ਕਰਨ ਲੱਗੇ ਆ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੋਣ ਲੱਗੀ, ਇਹ ਤਾਂ ਸਾਰੀ ਮਨੁੱਖਤਾ ਵਾਸਤੇ ਹੈ। ਇਹ ਤਾਂ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹੈ। ਤੇ ਕਿਉਂ ਨਾ ਅਸੀਂ ਆਪ ਚੱਲ ਕੇ ਜਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਜੀਵ ਇਸ ਬਾਣੀ ਨੂੰ ਪੜ੍ਹ ਕੇ ਲਾਹਾ ਪ੍ਰਾਪਤ ਕਰਨਗੇ। ਓ ਬਿਦਤ ਹੈ ਕਲਮ ਹੈ ਅਧਿਕ ਰੀਤ ਸੁਭ ਪੰਥ ਕੀ। ਔਰ ਇਹ ਜਿਹੜਾ ਸ਼ੁਭ ਪੰਥ ਚੱਲ ਰਿਹਾ ਗੁਰੂ ਨਾਨਕ ਦਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਸ ਪੰਥ ਦੀ ਰੀਤ, ਇਹਦੀ ਗਤੀ ਸਿੱਧੀ ਰੱਖਣ ਵਾਸਤੇ ਅਕਾਲ ਪੁਰਖ ਨਾਲ ਇਹਦਾ ਸੰਬੰਧ ਜੁੜਿਆ ਰਵੇ। ਉਸ ਵਾਸਤੇ ਗੁਰਬਾਣੀ ਦੀ ਸੰਪਾਦਨਾ ਕਰਨੀ ਅਤ ਲਾਜ਼ਮੀ ਹੈ। ਜਯਤ ਜੀਵਕਾ ਬਨ ਹੈ ਸੋ ਲੱਖ ਹੋ ਨਰ ਨਿਨਕੀ। ਹਾਂ, ਕਹਿੰਦੇ ਲੱਖਾਂ ਨਰਾਂ ਦੀ, ਲੱਖਾਂ ਮਨੁੱਖਾਂ ਦੀ ਉਪਜੀਵਕਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਰੂਹਾਨੀਅਤ ਦਾ ਥਾਲ ਹੈ। ਜੇ ਕੋ ਖਾਵੇ ਜੇ ਕੋ ਭੁੰਚੇ ਤਿਸ ਕਾ ਹੋਏ ਉਧਾਰੋ। ਉਧਾਰ ਹੋਵੇਗਾ ਜਦੋਂ ਕੋਈ ਇਸ ਬਾਣੀ ਨੂੰ ਛਕੇਗਾ, ਆਪਣੇ ਹਿਰਦੇ ਵਿੱਚ ਵਸਾਏਗਾ, ਹਿਰਦੇ ਵਿੱਚ ਵਸਾ ਕੇ ਉਸ ਅਜ਼ਮਤ ਨੂੰ ਜਰ ਲਏਗਾ, ਉਹਦਾ ਜ਼ਰੂਰ ਹੀ ਉਧਾਰ ਹੋਵੇਗਾ। ਸੁਨ ਕਰ ਪਠਹਿ ਕਮਾਹੇ ਪ੍ਰੀਤ ਪ੍ਰਭ ਚਰਨ ਕੀ। ਜਦੋਂ ਕੋਈ ਇਸ ਪਵਿੱਤਰ ਸ਼ਬਦਾਂ ਨੂੰ ਪੜ੍ਹੇਗਾ, ਪੜ੍ਹ ਕੇ ਪ੍ਰੀਤ ਕਰੇਗਾ, ਉਹਦੀ ਅਵਸ਼ ਹੀ ਮੁਕਤੀ ਹੋਵੇਗੀ। ਅੰਤ ਮੁਕਤ ਕੋ ਲੇਹਿ ਨਾ ਸਸੈ ਹੋਏ ਹੈ। ਕਹਿ ਲੱਗੀ ਇਸ ਤਰ੍ਹਾਂ ਅੰਤ ਪਰਮਗਤ ਪ੍ਰਾਪਤ ਹੋਏਗੀ ਕਿਹਨਾਂ ਨੂੰ? ਜਿਹੜੇ ਬਾਣੀ ਨੂੰ ਪੜ੍ਹਨਗੇ, ਪੜ੍ਹ ਕੇ ਪ੍ਰੀਤ ਕਰਨਗੇ ਤੇ ਪਿਆਰ ਨਾਲ ਹਿਰਦੇ ਦੇ ਵਿੱਚ ਧਾਰਨਗੇ। ਹੋ ਰਾਵ ਰੰਕ ਉਚ ਨੀਚ ਜਪਾਵਹਿ ਕੋਏ ਹੈ। ਕੋਈ ਵੀ ਹੋਵੇ, ਇੱਥੇ ਕੋਈ ਜਾਤੀ ਬੰਧਨ ਨਹੀਂ, ਕੋਈ ਊਚ ਨੀਚ ਨਹੀਂ, ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਜਾਤ ਕਰਕੇ ਨੀਵਾਂ ਹੈ, ਕੋਈ ਉੱਚਾ ਹੈ, ਕੋਈ ਚਿੱਟਾ ਹੈ, ਕੋਈ ਗੋਰਾ ਕਾਲਾ ਹੈ। ਪਾਤਸ਼ਾਹ ਕਹਿੰਦੇ ਜਿਹੜਾ ਵੀ ਇਸ ਬਾਣੀ ਦੇ ਸ਼ਬਦਾਂ ਨੂੰ ਪਿਆਰ ਕਰੇਗਾ, ਅੰਦਰ ਵਸਾਏਗਾ, ਇਹ ਬਾਣੀ ਬਿਨਾਂ ਵਿਤਕਰੇ ਦੇ ਸਭ ਦਾ ਹੀ ਉਧਾਰ ਕਰੇਗੀ। ਇਮ ਵਿਚਾਰ ਕਰ ਗੁਰ ਸੋ ਬਾਕ ਬਖਾਨਿਓ। ਸੋ ਇਸ ਤਰ੍ਹਾਂ ਵਿਚਾਰ ਕਰਕੇ ਪਾਤਸ਼ਾਹ ਏਡੇ ਵੱਡੇ ਪਰਉਪਕਾਰ ਦੀ ਖਾਤਰ ਸਿੱਖਾਂ ਨੂੰ ਬਚਨ ਕਹਿਣ ਲੱਗੇ। ਤਿਆਰੀ ਹਮਰੀ ਕਰਹੁ ਪ੍ਰਾਤ ਪ੍ਰਸਥਾਨਿਓ। ਮਹਾਰਾਜ ਕਹਿਣ ਲੱਗੇ ਸਿੱਖੋ ਤਿਆਰੀ ਕਰੋ, ਜੇ ਕਾਰਜ ਨੇਪਰੇ ਨਹੀਂ ਨਾ ਚੜ ਰਿਹਾ ਅਸੀਂ ਖੁਦ ਜਾਵਾਂਗੇ। ਤੁਸੀਂ ਪਾਲਕੀ ਤਿਆਰ ਕਰੋ। ਅੰਮ੍ਰਿਤ ਵੇਲੇ ਅਸੀਂ ਨੇਮ ਨਿਭਾਉਣ ਤੋਂ ਬਾਅਦ ਗੋਇੰਦਵਾਲ ਸਾਹਿਬ ਨੂੰ ਚੱਲ ਪੈਣਾ ਹੈ। ਜਾਣ ਲਈ ਸਭ ਹੂਨ ਸੋ ਨਿਸਾ ਬਿਤਾਏ ਕੈ। ਸਾਰਿਆਂ ਸਿੱਖਾਂ ਨੂੰ ਦੱਸ ਦਿੱਤਾ ਕਿ ਅਸੀਂ ਸਵੇਰੇ ਗੋਇੰਦਵਾਲ ਸਾਹਿਬ ਚਲੇ ਜਾਣਾ ਹੈ। ਸੋ ਇਸ ਕਰਕੇ ਸਾਰਿਆਂ ਨੇ ਆਪੋ ਆਪਣੀ ਤਿਆਰੀ ਕਰ ਲਈ। ਹੋ ਪ੍ਰਾਤ ਕੀਨ ਇਸਨਾਨ ਸੁਦਾਸਰ ਜਾਏ ਕੈ। ਜਦੋਂ ਅੰਮ੍ਰਿਤ ਵੇਲਾ ਹੋਇਆ, ਸਾਰੇ ਗੁਰਸਿੱਖ ਅੰਮ੍ਰਿਤ ਵੇਲੇ ਉੱਠੇ ਨੇ। ਜਿਨ੍ਹਾਂ ਨੇ ਨਾਲ ਚੱਲਣਾ ਹੈ ਜਾਂ ਜਿਨ੍ਹਾਂ ਨੇ ਦਰਬਾਰ ਸਾਹਿਬ ਸੇਵਾ ਕਰਨੀ ਹੈ, ਸਾਰਿਆਂ ਨੇ ਜਾ ਕੇ ਸੁਦਾਸਰ ਅੰਮ੍ਰਿਤ ਸਰੋਵਰ ਵਿੱਚ ਪਹਿਲਾਂ ਇਸ਼ਨਾਨ ਕੀਤਾ ਹੈ। ਸਭ ਗੁਰ ਆਦਮ ਮਨਾਏ ਅਰੂਡੇ ਪਾਲਕੀ। ਔਰ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਹਰਿਮੰਦਰ ਦੇ ਅੰਦਰ ਗਏ ਨੇ। ਜਾ ਕੇ ਚੌਹਾਂ ਪਾਤਸ਼ਾਹੀਆਂ ਦੇ ਨਾਮ ਲੈ ਕੇ ਅਰਦਾਸ ਕੀਤੀ ਹੈ, ਸਤਿਗੁਰੂ ਤੁਸੀਂ ਅੰਗ ਸੰਗ ਸਹਾਈ ਹੋ, ਇਹ ਕਾਰਜ ਤੁਹਾਡੀ ਕਿਰਪਾ ਦੇ ਨਾਲ ਨੇਪਰੇ ਚੜ੍ਹਨਾ ਹੈ। ਜਿਨ ਕੀ ਕਿਰਪਾ ਸੋ ਦ੍ਰਿਸ਼ਟ ਪੀਰ ਨਹਿ ਕਾਲ ਕੀ। ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ, ਇੱਥੇ ਇਸ਼ਾਰਾ ਹੈ ਗੁਰੂ ਅਰਜਨ ਦੇਵ ਮਹਾਰਾਜ ਵੱਲ। ਕਹਿੰਦੇ ਉਹ ਸਤਿਗੁਰੂ ਉਪਕਾਰ ਕਰਨ ਦੀ ਖਾਤਰ ਚੱਲੇ ਨੇ, ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਸਾਰੇ ਪਾਪ ਸਾਰੇ ਦੁੱਖ ਦੂਰ ਹੁੰਦੇ ਹਨ। ਇੱਕ ਸੰਗ ਸਮੁਦਾਇ ਦਾਸ ਸੋਬਤ ਚਲੇ। ਜਿਤਨੇ ਵੀ ਸਿੱਖ ਸੰਗਤ ਸਮੁਦਾਇ ਬਹੁਤੀ ਗਿਣਤੀ ਵਿੱਚ ਨੇ, ਉਹ ਵੀ ਪਾਤਸ਼ਾਹ ਦੇ ਪਿਆਰ ਵਿੱਚ ਬੱਝੇ ਨਾਲ ਹੀ ਚੱਲ ਪਏ ਹਨ। ਓ ਮਨ ਹੋ ਚੰਦਰਮਾ ਸਾਥ ਤਾਰਕਾ ਗਨ ਭਲੇ। ਭਾਈ ਸੰਤੋਖ ਸਿੰਘ ਕਹਿੰਦੇ ਦੇਖੋ ਕੈਸੀ ਵਡਿਆਈ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ। ਪਾਲਕੀ ਵਿੱਚ ਬੈਠੇ ਹੋ, ਸ਼ੋਭਾ ਪਾ ਰਹੇ ਨੇ ਜਿਵੇਂ ਚੰਦਰਮਾ ਪੂਰਨਮਾਸ਼ੀ ਦਾ ਖਿੜਿਆ ਹੁੰਦਾ ਹੈ।
ਇਉਂ ਪ੍ਰਕਾਸ਼ ਸਰੂਪ ਮਹਾਰਾਜ ਪਾਲਕੀ 'ਚ ਬੈਠੇ ਨੇ, ਜਿਵੇਂ ਚੰਦਰਮਾ ਦੇ ਆਲੇ ਦੁਆਲੇ ਤਾਰੇ ਟਿਮਟਮਾਉਂਦੇ ਨੇ। ਇਸ ਤਰ੍ਹਾਂ ਕਰਨੀ ਵਾਲੇ ਗੁਰਸਿੱਖ ਮਹਾਰਾਜ ਦੀ ਪਾਲਕੀ ਦੇ ਆਸੇ-ਪਾਸੇ ਨਾਲ ਚੱਲ ਰਹੇ ਹਨ। ਸੰਨੇ ਸੰਨੇ ਚੱਲ ਆਏ ਸੋ ਗੋਇੰਦ ਬਾਲਕੋ। ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਬਾਣੀ ਪੜ੍ਹਦਿਆਂ, ਵਿਚਾਰਾਂ ਕਰਦਿਆਂ, ਸਨੇ ਸਨੇ ਹੌਲੀ ਹੌਲੀ ਮਾਰਗ ਤੈਅ ਕਰਦਿਆਂ ਗੁਰੂ ਅਰਜਨ ਦੇਵ ਪਾਤਸ਼ਾਹ ਪਵਿੱਤਰ ਧਰਤੀ ਗੋਇੰਦਵਾਲ ਸਾਹਿਬ ਪਹੁੰਚਦੇ ਹਨ। ਜਹਾਂ ਬਿਪਾਸਾ ਨਦੀ ਪ੍ਰਵਾਹੋ ਬਿਲਾਸ ਕੋ। ਕਹਿ ਲੱਗੇ ਜਿੱਥੇ ਬਿਪਾਸਾ ਨਦੀ, ਜਿੱਥੇ ਬਿਆਸ ਦਰਿਆ ਲੰਘਦਾ, ਉਹਦੇ ਕੰਢੇ ਤੇ ਇਹ ਪਵਿੱਤਰ ਅਸਥਾਨ ਹੈ। ਪਾਪੀ ਮੱਜਣ ਕੀਨ ਧਿਆਨ ਸਤਿਗੁਰ ਧਰੇ। ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਪਾਲਕੀ ਵਿੱਚੋਂ ਉਤਰਦਿਆਂ ਸਾਰ ਸਿੱਧਾ ਬੌਲੀ ਦੇ ਅੰਦਰ ਇਸ਼ਨਾਨ ਕਰਨ ਗਏ ਨੇ, ਜਿਹੜੀ ਗੁਰੂ ਅਮਰਦਾਸ ਮਹਾਰਾਜ ਨੇ ਲਗਵਾਈ ਹੈ। ਹੋ ਤਿਸ ਸ੍ਰੀ ਗੁਰੂ ਅਮਰ ਆਨ ਆਗੇ ਖਰੇ। ਔਰ ਇਸ ਤਰ੍ਹਾਂ ਇਸ਼ਨਾਨ ਕਰਨ ਤੋਂ ਬਾਅਦ ਜੋ ਅਸਥਾਨ ਬਣਾਇਆ ਸੀ ਗੁਰੂ ਅਮਰਦਾਸ ਮਹਾਰਾਜ ਦੀ ਯਾਦ ਵਿੱਚ, ਉਸ ਦਰਬਾਰ ਦੇ ਅੰਦਰ ਜਾ ਕੇ ਅੰਤਰ ਧਿਆਨ ਹੋ ਕੇ ਚੌਂਕੜਾ ਲਾ ਕੇ ਬੈਠ ਗਏ, ਜਿਸ ਧਿਆਨ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਉਹ ਦਰਸ਼ਨ ਹੋ ਰਹੇ ਨੇ ਜਦੋਂ ਗੁਰੂ ਅਰਜਨ ਸਾਹਿਬ ਛੋਟੇ ਜਿਹੇ ਸਨ ਸਰੀਰ ਕਰਕੇ। ਉਦੋਂ ਗੁਰੂ ਅਮਰਦਾਸ ਮਹਾਰਾਜ ਦੀ ਗੋਦੀ ਵਿੱਚ ਬੈਠਦੇ ਹੁੰਦੇ ਸਨ ਤੇ ਸਤਿਗੁਰਾਂ ਨੇ ਬੜਾ ਪਿਆਰ ਲਡਾਉਣਾ। ਉਹ ਭਾਵੁਕਤਾ ਅੰਦਰ ਪੈਦਾ ਹੋ ਗਈ, ਉਹ ਚੇਤਾ ਆ ਗਿਆ, ਜੀਵਨ ਦੀਆਂ ਉਹ ਸੁਹਾਵਣੀਆਂ ਘੜੀਆਂ ਯਾਦ ਆ ਗਈਆਂ ਵੀ ਇਹੀ ਉਹ ਧਰਤੀ ਹੈ ਜਿੱਥੇ ਅਸੀਂ ਨਾਨਾ ਗੁਰੂ ਦੀ ਗੋਦ ਵਿੱਚ ਖੇਡਦਿਆਂ ਹੋਇਆਂ ਪਲੇ ਹਾਂ। ਸ੍ਰੀ ਅਰਜਨ ਅਵਲੋਕ ਚਰਨ ਅਰਬਿੰਦ ਕੋ। ਅੰਤਰ ਧਿਆਨ ਹੋ ਕੇ ਬੈਠਦੇ ਜਦੋਂ ਮਹਾਰਾਜ ਦਾ ਸਰੂਪ ਸਾਹਮਣੇ ਆਇਆ, ਦੀਦਾਰ ਕੀਤੇ, ਕਹਿਣ ਲੱਗੇ ਸਮਾਧੀ ਵਿੱਚ ਹੀ ਗੁਰੂ ਅਰਜਨ ਸਾਹਿਬ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਬੰਧਨ ਠਾਣ ਸਪ੍ਰੇਮ ਆਨੰਦ ਬਿਲੰਦ ਕੋ। ਬੜੇ ਪਿਆਰ ਦੇ ਨਾਲ ਬੰਦਨਾ ਕੀਤੀ, ਚਰਨਾਂ ਤੇ ਝੁਕੇ ਤੇ ਅਜੀਬ ਜਿਹਾ ਆਨੰਦ ਮਹਿਸੂਸ ਹੋ ਰਿਹਾ ਹੈ। ਗਦ ਗਦ ਗਿਰਾਰੂ ਮੰਚ ਬਿਲੋਚਨ ਜਲ ਭਰੇ। ਗਦ ਗਦ ਹੋ ਗਏ, ਧਿਆਨ ਗਿਆ ਗੁਰੂ ਮਹਾਰਾਜ ਦੇ, ਉਹ ਸਰੂਪ ਸਾਹਮਣੇ ਆ ਗਿਆ, ਉਹ ਸੁੱਖ ਸਾਹਮਣੇ ਆ ਗਏ ਸਾਰੇ। ਕਹਿਣ ਲੱਗੇ ਸਤਿਗੁਰੂ ਉਸ ਧਿਆਨ ਦੇ ਵਿੱਚ ਹੀ ਉਹਨਾਂ ਦੇ ਨੇਤਰ ਸੇਜਲ ਹੋ ਗਏ। ਹਉ ਬੇਨਤੀ ਬਹਰ ਬਖਾਨ ਨਮਰ ਜੁਤ ਹੋਏ ਖਰੇ। ਔਰ ਬੜੇ ਨਮਰਤਾ ਭਾਵ ਦੇ ਨਾਲ ਪੰਚਮ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਨੂੰ ਇਸ ਧਿਆਨ ਦੇ ਰਾਹੀਂ ਹੀ ਅਰਦਾਸ ਬੇਨਤੀ ਕਰਦੇ ਹਨ। ਸਿਰ ਪਰ ਧਰ ਕਰ ਹਾਥ ਹਰਖ ਉਰ ਧਾਰ ਕੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਬਦ ਸੁਣੇ ਤੇ ਦਿਲਾਸਾ ਦਿੱਤਾ, ਸਿਰ ਤੇ ਹੱਥ ਰੱਖ ਕੇ ਅਸੀਸ ਦਿੰਦੇ ਹਨ। ਸ੍ਰੀ ਅਰਜਨ ਸੋ ਪਨਿਓ ਕਾਜ ਲਿਹੋ ਸਾਰ ਕੈ। ਔਰ ਬਚਨ ਕਹੇ, ਕਹਿਣ ਲੱਗੇ ਜਿਸ ਕਾਰਜ ਦੀ ਖਾਤਰ ਤੁਸੀਂ ਮੇਰੇ ਸੁਪੁੱਤਰ ਦੇ ਕੋਲ ਆਏ ਹੋ, ਇਹ ਕਾਰਜ ਜ਼ਰੂਰ ਨੇਪਰੇ ਚੜੇਗਾ। ਕੀਰਤ ਮੋਹਨ ਕਰਹੋ ਪੋਥੀਆਂ ਲੀਜੀਏ। ਤੁਸੀਂ ਬਾਬਾ ਮੋਹਨ ਜੀ ਦੇ ਕੋਲ ਚਲੇ ਜਾਓ, ਅਵਸ਼ ਹੀ ਉਹ ਤੁਹਾਨੂੰ ਇਹ ਬਾਣੀ ਦੀਆਂ ਪੋਥੀਆਂ ਵਾਪਸ ਦੇ ਦੇਣਗੇ। ਓ ਸ੍ਰੇਸ਼ਟ ਉਦਮ ਹੈ ਬੀੜ ਸਭ ਕੀਜੀਏ। ਕਿਉਂਕਿ ਬੜਾ ਸੋਹਣਾ ਉਦਮ ਕਰ ਰਹੇ ਹੋ ਤੁਸੀਂ, ਇਹ ਤਾਂ ਬੜਾ ਵੱਡਾ ਪਰਉਪਕਾਰ ਹੈ ਦੁਨੀਆ ਦੇ ਉੱਤੇ ਕਿ ਸਾਰੀ ਬਾਣੀ, ਭਗਤਾਂ ਦੀ ਬਾਣੀ, ਗੁਰੂ ਸਾਹਿਬਾਨ ਦੀ ਬਾਣੀ ਤੁਸੀਂ ਇੱਕ ਥਾਂ ਤੇ ਇਕੱਤਰ ਕਰ ਰਹੇ ਹੋ। ਰਹੋ ਨਮਰਤਾ ਸੰਗ ਜੇ ਮੋਹਨ ਕੁਛ ਕਹੈ। ਮਹਾਰਾਜ ਕਹਿਣ ਲੱਗੇ ਤੁਸੀਂ ਨਿਮਰਤਾਵਾਨ ਹੋ। ਗੁਰੂ ਨਾਨਕ ਦੇ ਘਰ ਸਭ ਤੋਂ ਵੱਡੀ ਦਾਤ ਹੈ ਨਿਮਰਤਾ ਦੀ ਦਾਤ। ਗੁਰੂ ਨਾਨਕ ਨੇ ਜਿੱਥੇ ਵੀ ਜਿੱਤ ਪ੍ਰਾਪਤ ਕੀਤੀ, ਬੜੇ ਕਰੋਧ ਵਿੱਚ ਆਉਂਦੇ ਸਨ ਜੋਗੀ ਚੜ ਚੜ ਕੇ, ਪਰ ਅੰਤ ਦੀ ਨਿਮਰਤਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਕੋਲ। ਏਡੀ ਕੁ ਵੱਡੀ ਨਿਮਰਤਾ ਹੈ, ਜਿਸ ਦਿਨ ਪਿਤਾ ਜੀ ਆ ਕੇ ਮੂੰਹ ਤੇ ਚਾਂਟਾ ਲਾਉਂਦੇ ਨੇ, ਉਸ ਦਿਨ ਵੀ ਸਤਿਗੁਰੂ ਨਿਮਰਤਾ ਵਿੱਚ ਹੀ ਝੁਕ ਜਾਂਦੇ ਨੇ। ਕਿਉਂ? ਭੁੱਖਿਆਂ ਵਾਸਤੇ ਲੰਗਰ ਚਲਾਉਣਾ ਹੈ। ਏਡੀ ਪਵਿੱਤਰ ਕਮਾਈ ਹੈ ਪਿਤਾ ਦੀ, 20 ਰੁਪਈਆਂ ਦਾ ਲੰਗਰ ਅੱਜ ਤੱਕ ਨਹੀਂ ਖਤਮ ਹੋ ਰਿਹਾ। ਪਰ ਇਹ ਸਾਰਾ ਕਸ਼ਟ ਕਿੰਨਾ ਕਰਕੇ ਸਹਾਰਿਆ? ਜਿਹੜੇ ਭੁੱਖੇ ਧਰਤੀ ਤੇ ਤੁਰੇ ਫਿਰਦੇ ਸਨ। ਮਹਾਰਾਜ ਨੇ ਕਿਹਾ ਇਹਨਾਂ ਦੀ ਖਾਤਰ ਜੇ ਮੈਨੂੰ ਦੁੱਖ ਮਿਲਦਾ ਹੋਵੇ, ਇਸ ਤੋਂ ਵੱਡਾ ਹੋਰ ਪੁੰਨ ਕਿਹੜਾ ਹੋ ਸਕਦਾ ਹੈ। ਇਸ ਤਰ੍ਹਾਂ ਮਨੁੱਖਤਾ ਦੀ ਭਲਾਈ ਦੀ ਖਾਤਰ ਉਸ ਅਕਾਲ ਪੁਰਖ ਦਾ ਗਾਡੀ ਰਸਤਾ ਦੱਸਣ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਨਿਮਰਤਾ ਦੇ ਵਿੱਚ ਹੋ ਕੇ ਉਸ ਰੱਬੀ ਬਾਣੀ ਨੂੰ ਕਿਸੇ ਤਰ੍ਹਾਂ ਵੀ ਹਾਸਲ, ਕਿਸੇ ਵੀ ਕੀਮਤ ਤੇ ਵਾਪਸ ਲੈਣਾ ਚਾਹੁੰਦੇ ਹਨ। ਸਹੇ ਕਰ ਬਾਕ ਕਠੋਰ ਲੇਹੋ ਜੋ ਚਿਤ ਚਾਹੈ। ਮਹਾਰਾਜ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕੀ ਅਸੀਸ ਦਿੱਤੀ। ਕਹਿਣ ਲੱਗੇ ਜਿੰਨਾ ਮਰਜੀ ਬਾਬਾ ਮੋਹਨ ਜੀ ਕਠੋਰ ਬੋਲਣ, ਤੁਸਾਂ ਨਿਮਰ ਰਹਿਣਾ ਹੈ।
ਜਿਸ ਨਿਮਰਤਾ ਦੀ ਦਾਤ ਨੂੰ ਪਾ ਲਿਆ, ਜੋ ਵੀ ਐਸੀ ਵਸਤ ਕੋਈ ਨਹੀਂ ਜਗਤ ਵਿੱਚ ਜੋ ਨਿਮਰਤਾ ਰੱਖਿਆ ਪ੍ਰਾਪਤ ਨਾ ਹੋਵੇ। ਤੁਸੀਂ ਨਮਰ ਰਹੋ, ਸਭ ਕੁਝ ਤੁਹਾਡੀ ਝੋਲੀ ਵਿੱਚ ਆ ਜਾਵੇਗਾ। ਕਹੈ ਨਿਸ਼ਠੁਰ ਪਛੁਤਾਏ ਨਮਰ ਹੋਏ ਜਾਏ ਹੈ। ਤੇ ਵੀ ਸਚਾਈ ਹੈ, ਜਿਹੜਾ ਫਿੱਕੇ ਬੋਲ ਬੋਲ ਰਿਹਾ ਉਹਦੇ ਅੰਤ ਪੱਲੇ ਪਛਤਾਵਾ ਪੈਂਦਾ ਹੈ। ਨਾਨਕ ਫਿੱਕੇ ਬੋਲੀਐ ਤਨ ਮਨ ਫਿੱਕਾ ਹੋਏ। ਤਨ ਤੇ ਮਨ ਫਿੱਕਾ ਹੁੰਦਾ। ਤੁਸੀਂ ਅੱਜ ਕਿਸੇ ਨਾਲ ਝਗੜਾ ਕਰਕੇ ਦੇਖ ਲਓ, ਭਾਵੇਂ ਤੁਸੀਂ ਠੀਕ ਹੋ, ਪਰ ਜੇ ਤੁਸੀਂ ਉਹਨੂੰ ਮਾੜੇ ਬੋਲ ਬੋਲ ਦਿੱਤੇ, ਅੰਦਰ ਤੁਹਾਡਾ ਵੀ ਨਹੀਂ ਟਿਕੇਗਾ। ਜਿਹਨੂੰ ਦਬਕਾਇਆ ਡਰਾਇਆ ਉਹ ਤਾਂ ਵੱਖਰਾ ਆਪਣੀ ਜਗ੍ਹਾ ਦੁੱਖ ਪਾ ਰਿਹਾ ਹੈ, ਅੰਦਰ ਤੁਹਾਡਾ ਵੀ ਨਹੀਂ ਟਿਕੇਗਾ, ਕਿਉਂਕਿ ਕਿਸੇ ਨੂੰ ਰੁੱਖਾ ਬੋਲ ਬੋਲਿਆ ਅੱਜ। ਸੋ ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਨੇ ਸ਼ਬਦ ਕਹੇ ਵੀ ਉਹ ਜੇ ਫਿੱਕੇ ਬੋਲ ਬੋਲ ਵੀ ਦੇਣਗੇ ਬਾਬਾ ਮੋਹਨ ਜੀ, ਫਿਰ ਉਹਨਾਂ ਦੇ ਪੱਲੇ ਪਛਤਾਵਾ ਹੀ ਪਵੇਗਾ। ਓ ਮਨ ਹੈ ਤੁਮਰੋ ਕਹਿਓ ਨਾ ਬਾਹਰ ਹਟਾਏ ਹੈ। ਸੋ ਇਸ ਕਰਕੇ ਜੇ ਤੁਸੀਂ ਨਿਮਰਤਾ ਰੱਖੋਗੇ, ਉਹ ਤੁਹਾਡਾ ਕਹਿਆ ਜ਼ਰੂਰ ਮੰਨਣਗੇ। ਉਹ ਬਾਣੀ ਦੀਆਂ ਪੋਥੀਆਂ ਜ਼ਰੂਰ ਤੁਹਾਨੂੰ ਸੌਂਪ ਦੇਣਗੇ। ਹਿਮ ਕਹੇ ਸ੍ਰੀ ਗੁਰੂ ਅਮਰ ਸੋ ਅੰਤਰ ਧਿਆਨ ਆਏ। ਸੋ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਦੀ ਯਾਦ ਵਿੱਚ ਜੁੜ ਬੈਠੇ ਗੁਰੂ ਅਰਜਨ ਦੇਵ ਮਹਾਰਾਜ ਅੰਤਰ ਧਿਆਨ ਹੀ ਇਹ ਅਸੀਸ ਗੁਰਾਂ ਦੇ ਕੋਲੋਂ ਪ੍ਰਾਪਤ ਕੀਤੀ ਹੈ। ਸ੍ਰੀ ਅਰਜਨ ਸੁਨ ਕਾਨ ਆਨੰਦ ਮਹਾਨ। ਜਦੋਂ ਪਤਾ ਲੱਗਾ ਸਤਿਗੁਰੂ ਤਰੁੱਠੇ ਨੇ, ਮਹਾਰਾਜ ਨੇ ਅਸੀਸ ਦਿੱਤੀ ਹੈ, ਬੜੇ ਆਨੰਦ ਵਿੱਚ ਚਲੇ ਗਏ। ਬੜੀ ਖੁਸ਼ੀ ਹੋਈ ਮਨ ਨੂੰ ਵੀ ਜਿਸ ਕਾਰਜ ਵਾਸਤੇ ਆਏ ਸੀ ਉਹ ਨੇਪਰੇ ਚੜ ਜਾਏਗਾ। ਤੇਰਾ ਦੀਨ ਉਤਾਰ ਸਕਲ ਇੱਕ ਥਾਨ ਮੈਂ। ਔਰ ਸਾਰੇ ਸਿੱਖਾਂ ਦੇ ਸਮੇਤ ਇਸ਼ਨਾਨ ਕਰਕੇ ਦਰਬਾਰ ਵਿੱਚ ਹਾਜ਼ਰੀ ਭਰ ਕੇ ਕੁਝ ਦੂਰੀ ਤੇ ਜਾ ਕੇ ਜਿੱਥੇ ਬਾਬਾ ਮੋਹਨ ਦਾ ਚਬਾਰਾ ਹੈ, ਉਸ ਤੋਂ ਥੋੜਾ ਜਿਹਾ ਹਟ ਕੇ ਮਹਾਰਾਜ ਨੇ ਆਪਣਾ ਡੇਰਾ ਕੀਤਾ ਹੈ। ਹਉ ਗਮਨੇਪੁਰ ਮੈਂ ਆਪ ਤੰਬੂਰਾ ਪਾਨ ਮੈਂ। ਔਰ ਫਿਰ ਕੀ ਕੀਤਾ, ਉਹ ਸਿਰੰਦਾ ਜਿਹਦੇ ਨਾਲ ਬੈਠ ਕੇ ਹਰਮੰਦਰ ਸਾਹਿਬ ਵਿੱਚ ਕੀਰਤਨ ਕਰਦੇ ਸਨ, ਉਹ ਸਾਜ ਲੈ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅੱਗੇ ਅੱਗੇ ਨੇ ਤੇ ਸਾਰੇ ਸਿੱਖ ਪਿੱਛੇ ਚੱਲ ਰਹੇ ਨੇ ਤੇ ਬਾਬੇ ਮੋਹਨ ਦੇ ਚਬਾਰੇ ਕੋਲ ਪਹੁੰਚਦੇ ਹਨ। ਗੁਰਸੁਤ ਮੋਹਨ ਜਹਾਂ ਚੁਬਾਰੇ ਮੈਂ ਰਹੇ। ਔਰ ਗੁਰੂ ਸੁਤ ਗੁਰੂ ਸਪੁੱਤਰ ਬਾਬਾ ਮੋਹਨ ਜੀ ਜਿਸ ਚਬਾਰੇ ਵਿੱਚ ਨਿਵਾਸ ਰੱਖਦੇ ਸਨ, ਇਸ ਨੀਚੇ ਜੋ ਗਰੀ ਜਾਏ ਤਹ ਠਾਂ ਲਹੇ। ਉਸ ਚਬਾਰੇ ਦੇ ਲਾਗੋਂ ਜਿਹੜੀ ਗਲੀ ਲੰਘਦੀ ਸੀ, ਉਸ ਗਲੀ ਦੇ ਕੋਲ ਗੁਰੂ ਅਰਜਨ ਸਾਹਿਬ ਮਹਾਰਾਜ ਰੁਕ ਗਏ। ਉਤਲ ਬੈਠੇ ਆਪ ਸਿੱਖ ਤਬ ਦੇਖ ਕੇ। ਉਤਲ ਬੈਠ ਗਏ, ਭਾਵ ਥੱਲੇ ਕੋਈ ਕੱਪੜਾ ਨਹੀਂ ਵਿਛਾਇਆ, ਗਲੀ ਦੇ ਵਿੱਚ ਹੀ ਚੌਂਕੜਾ ਮਾਰ ਕੇ ਬੈਠ ਗਏ। ਜਦੋਂ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਇਸ ਹਾਲਤ ਵਿੱਚ ਤੱਕਿਆ ਹੈ, ਹੋ ਦੋਰੇ ਆਸਨ ਲੈਨ ਸੋ ਬਿਸਮ ਬਸੇਖ ਕੈ। ਹੈਰਾਨ ਹੋ ਗਏ, ਸੱਚੇ ਪਾਤਸ਼ਾਹ ਜ਼ਮੀਨ ਤੇ ਬੈਠ ਗਏ ਨੇ। ਦੌੜੇ ਨੇ ਆਪੋ ਆਪਣੇ ਘਰਾਂ ਨੂੰ ਆਸਣ ਲੈਣ ਵਾਸਤੇ, ਚਾਦਰਾਂ ਲੈਣ ਵਾਸਤੇ। ਸਫੈ ਗਲੀਚੇ ਆਦ ਸੋ ਲਿਆਏ ਬਿਸ਼ਾਮਣੇ। ਔਰ ਵਧੀਆ ਵਧੀਆ ਗਲੀਚੇ ਲਿਆ ਕੇ, ਚਾਦਰਾਂ ਲਿਆ ਕੇ ਪਾਤਸ਼ਾਹ ਦੇ ਕੋਲ ਭੇਟਾ ਕੀਤੀਆਂ। ਮਹਾਰਾਜ ਇਹਨਾਂ ਨੂੰ ਵਿਛਾ ਕੇ ਉੱਤੇ ਬੈਠ ਜਾਓ। ਮ੍ਰਦੁਲ ਬਾਕ ਕਹੇ ਸਭਿਨ ਕਰੇ ਸੋ ਹਟਾਵਨੇ। ਕਹਿਣ ਲੱਗੇ ਉਹ ਮ੍ਰਿਦੁਲ ਸੁਭਾਅ ਦੇ ਮਾਲਕ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਅੱਜ ਇਹਨਾਂ ਦੀ ਲੋੜ ਨਹੀਂ, ਇਹ ਸਾਰਾ ਕੁਝ ਤੁਸੀਂ ਘਰੇ ਲੈ ਜਾਓ, ਅੱਜ ਇਸੇ ਤਰ੍ਹਾਂ ਹੀ ਕੀਰਤਨ ਕਰਨਾ ਹੈ। ਤੰਬੂਰਾ ਸੁਰਠਾਨ ਲਗੇ ਪੁਨ ਗਾਵਨੇ। ਔਰ ਤੰਬੂਰਾ ਆਪਣੇ ਗਲ ਦੇ ਵਿੱਚੋਂ ਉਤਾਰਿਆ, ਸਰੰਦਾ ਰੱਖ ਕੇ ਚਰਨਾਂ ਦੇ ਕੋਲ ਚੌਂਕੜਾ ਮਾਰ ਕੇ ਬੜੇ ਆਨੰਦ ਦੇ ਵਿੱਚ ਟਿਕ ਕੇ ਕੀਰਤਨ ਆਰੰਭ ਕਰ ਦਿੱਤਾ। ਹਉ ਗੌੜੀ ਰਾਗ ਅਲਾਪ ਮధుਰ ਸੁਰ ਭਾਵਨੇ। ਕਹਿ ਲਗੇ ਗੌੜੀ ਰਾਗ ਦੇ ਵਿੱਚ ਮਹਾਰਾਜ ਨੇ ਬੜਾ ਮਿੱਠਾ ਸੁਰ ਛੇੜ ਕੇ ਕੀਰਤਨ ਆਰੰਭ ਕਰਦੇ ਹਨ। ਦੋਹਰਾ ਸ਼ਬਦ ਬਨਾਵਤ ਜਾਤ ਹੈ ਗਾਵਤ ਗੌੜੀ ਰਾਗ। ਔਰ ਗੌੜੀ ਰਾਗ ਦੇ ਵਿੱਚ ਬੜੇ ਸੋਹਣੇ ਸ਼ਬਦ, ਉਹ ਧੁਰ ਕੀ ਬਾਣੀ, ਉਹ ਲਾਹੀ ਬਾਣੀ ਜੋ ਉਚਾਰ ਰਹੇ ਹਨ। ਕਬ ਉੱਚੀ ਤੁਨ ਹੋਤ ਹੈ ਕਬ ਤੁਨ ਸਹਜੇ ਲਾਗ। ਉਸ ਜਿਹੜੀ ਬੰਦਿਸ਼ ਤਿਆਰ ਕੀਤੀ ਗੌੜੀ ਰਾਗ ਦੀਆਂ ਜੋ ਸੁਰਾਂ, ਕਦੀ ਉੱਪਰ ਕਦੀ ਥੱਲੇ, ਕਦੀ ਉੱਚੇ ਕਦੀ ਨੀਵੇਂ ਸੁਰ, ਇਸ ਤਰ੍ਹਾਂ ਮਹਾਰਾਜ ਨੇ ਬੜੇ ਪਿਆਰ ਵਿੱਚ ਭਿੱਜ ਕੇ ਕੀਰਤਨ ਆਰੰਭ ਕਰ ਦਿੱਤਾ। ਅੜਿਲ ਮੋਹਨ ਤੁਨ ਸੁਨ ਕਾਨ ਜਾਨ ਬਿਰਤਾਂਤ ਕੋ। ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ। ਉਹ ਸ਼ਬਦ ਸੀ ਗੌੜੀ ਰਾਗ ਦੇ ਅੰਦਰ, ਮੋਹਨ ਤੇਰੇ ਉੱਚੇ ਮੰਦਰ। ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜਦਿਆਂ ਸਤਿਗੁਰੂ ਅੰਤਰ ਧਿਆਨ ਹੁੰਦੇ ਨੇ।
ਸਰੰਦੇ ਤੇ ਕੀਰਤਨ ਕਰਦਿਆਂ ਗੌੜੀ ਰਾਗ ਵਿੱਚ ਜਿਹੜਾ ਸ਼ਬਦ ਪੜ੍ਹਦੇ ਨੇ ਮੋਹਨ, ਹੇ ਮਨ ਨੂੰ ਮੋਹ ਲੈਣ ਵਾਲੇ ਪਰਮੇਸ਼ਰ ਵਾਹਿਗੁਰੂ, ਤੇਰੇ ਉੱਚੇ ਮੰਦਰ ਕਿੱਡੇ ਕੁ ਉੱਚੇ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਜਿੱਥੇ ਬੈਠ ਕੇ ਤੂੰ ਸਾਰੀ ਕਾਇਨਾਤ ਨੂੰ ਸੰਭਾਲ ਕਰਦਾ ਪਿਆ ਹੈ, ਅੱਜ ਤੱਕ ਕੋ ਉਸ ਦਰ ਦਾ ਵਿਖਿਆਨ ਨਹੀਂ ਕਰ ਸਕਿਆ। ਉੱਚੇ ਮੰਦਰ ਮੋਹਨ, ਹੇ ਵਾਹਿਗੁਰੂ ਤੇਰੇ ਬਹੁਤ ਉੱਚੇ ਮੰਦਰ ਹਨ। ਮੋਹਨ ਤੇਰੇ ਸੋਹਣ ਦੁਆਰ, ਜੀਓ ਸੰਤ ਧਰਮਸ਼ਾਲਾ। ਮਹਿਲ ਅਪਾਰਾ, ਪਾਰਾਵਾਰ ਕੋਈ ਨਹੀਂ ਤੇਰੇ ਮੰਦਰਾਂ ਦਾ, ਉਥੋਂ ਦਾ ਅੰਦਾਜ਼ਾ ਇਸ ਬੋਲੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੋਹਨ ਤੇਰੇ ਸੋਹਣ ਦੁਆਰ, ਜੀਓ ਸੰਤ ਧਰਮਸ਼ਾਲਾ। ਸੰਤ ਕਮਾਈ ਵਾਲੇ ਗੁਰਮੁਖ, ਰਸ ਭਿੰਨੇ ਸ਼ਬਦ ਵਿੱਚ ਜੁੜੇ ਹੋਏ ਗੁਰਮੁਖ, ਉਹ ਤੇਰੇ ਦਰ ਦੇ ਇਸ ਘਰ ਦੇ ਨਿਵਾਸੀ ਹਨ। ਉਹ ਸ਼ੋਭਾ ਪਾਉਂਦੇ ਨੇ, ਬਹੁਤ ਸੁੰਦਰ ਲੱਗਦੇ ਨੇ ਤੇਰੇ ਘਰ ਦੇ ਵਿੱਚ ਬੈਠੇ ਹੋਏ। ਧਰਮਸ਼ਾਲ ਅਪਾਰ ਦਇਆਰ, ਜੋ ਤੇਰੀ ਧਰਮਸ਼ਾਲ ਹੈ, ਜਿੱਥੇ ਧਰਮ ਦਾ ਕਰਮ ਚੱਲਦਾ ਹੈ। ਅਪਾਰ ਦਇਆਰ, ਹੇ ਦਿਆਲੂ ਵਾਹਿਗੁਰੂ, ਸਦਾ ਪਾਰਾਵਾਰ ਕੋਈ ਨਹੀਂ। ਠਾਕੁਰ ਸਦਾ ਕੀਰਤਨ ਗਾਵਹਿ, ਔਰ ਜਿੱਥੇ ਬੈਠ ਕੇ ਸੰਤ ਗੁਰਮੁਖ ਬ੍ਰਹਮ ਗਿਆਨੀ ਸਦਾ ਹੀ ਤੇਰੀ ਕੀਰਤੀ ਨੂੰ ਬਿਆਨ ਕਰਦੇ ਹਨ। ਜੈ ਸਾਧ ਸੰਤ ਇਕੱਤਰ ਹੋਵਹਿ, ਜਿਸ ਥਾਂ ਤੇ ਜਿਸ ਘਰ ਦੇ ਵਿੱਚ ਉਹ ਤੇਰਾ ਵੱਡਾ ਦਰਬਾਰ ਹੈ, ਜਿੱਥੇ ਬੈਠ ਕੇ ਸਾਰੇ ਇਕੱਤਰ ਹੁੰਦੇ ਹਨ। ਤਹਾਂ ਤੁਝ ਹੈ ਧਿਆਵਹਿ, ਉਥੇ ਬੈਠ ਕੇ ਇਹ ਗੁਰਮੁਖ ਜਨ ਫਿਰ ਤੇਰੀ ਆਰਾਧਨਾ ਕਰਦੇ ਨੇ, ਤੈਨੂੰ ਯਾਦ ਕਰਦੇ ਨੇ, ਕੀਰਤਨ ਰੂਪ ਵਿੱਚ ਤੈਨੂੰ ਆਵਾਜ਼ਾਂ ਮਾਰਦੇ ਹਨ। ਕਰ ਦਇਆ ਮਇਆ ਦਇਆਲ, ਕਰ ਦਇਆ ਮਇਆ ਦਇਆਲ, ਹੇ ਵਾਹਿਗੁਰੂ ਤੁਸੀਂ ਕਿਰਪਾ ਕਰੋ, ਸਾਡੇ ਉੱਪਰ ਵੀ ਮਿਹਰਬਾਨ ਹੋ ਜਾਵੋ। ਸੁਆਮੀ ਹੋ ਦੀਨ ਕਿਰਪਾਰਾ, ਹੇ ਦੀਨਾਂ ਦੇ ਉੱਤੇ ਕਿਰਪਾ ਕਰਨ ਵਾਲੇ ਵਾਹਿਗੁਰੂ, ਮਿਹਰ ਦੀ ਦ੍ਰਿਸ਼ਟੀ ਕਰੋ। ਬਿਨਵੰਤ ਨਾਨਕ ਦਰਸ ਪਿਆਸੇ, ਬਿਨਵੰਤ ਬੇਨਤੀ ਕਰਦਾ ਤੁਹਾਡਾ ਦਾਸ ਨਾਨਕ, ਤੁਹਾਡੇ ਦਰਸ਼ਨਾਂ ਦੀ ਪਿਆਸ ਲੱਗੀ ਹੈ। ਮਿਲ ਦਰਸ਼ਨ ਸੁਖ ਸਾਰਾ, ਸੋ ਇਸ ਕਰਕੇ ਆਪ ਜੀ ਸੁੱਖਾਂ ਦਾ ਸਾਰ ਬਖਸ਼ੋ, ਮੈਨੂੰ ਆਪਣਾ ਪਿਆਰਾ ਦਰਸ਼ਨ ਦੇ ਦਿਓ। ਅੜਿਲ ਮੋਹਨ ਧੁਨ ਸੁਨ ਕਾਨ, ਜਾਣ ਬਿਰਤਾਂਤ ਕੋ। ਇਹ ਜਦੋਂ ਪਵਿੱਤਰ ਸ਼ਬਦ ਦਾ ਕੀਰਤਨ ਜਿਵੇਂ ਇਤਿਹਾਸ ਕਹਿੰਦਾ ਗੁਰੂ ਸਾਹਿਬ ਨੇ ਕੀਤਾ, ਤੇ ਬਾਬਾ ਮੋਹਨ ਜੀ ਜੋ ਸਮਾਧੀ ਵਿੱਚ ਬੈਠੇ ਨੇ ਚੁਬਾਰੇ ਵਿੱਚ, ਉਹਨਾਂ ਦੇ ਕੰਨਾਂ ਵਿੱਚ ਜਦੋਂ ਇਹ ਪਿਆਰੀਆਂ ਧੁਨਾਂ ਪਈਆਂ ਹਨ। ਜੋ ਬਾਰੇ ਕੇ ਬਿਖੈ ਜੋ ਤਾਕੀ ਬਾਤ ਕੋ, ਔਰ ਜਿਹੜੀ ਉਸ ਚੁਬਾਰੇ ਨੂੰ ਇੱਕ ਬਾਰੀ ਲੱਗੀ ਹੋਈ ਸੀ ਹਵਾ ਇੱਧਰ ਉੱਧਰ ਲੰਘਾਉਣ ਵਾਸਤੇ, ਉਸ ਬਾਰੀ ਨੂੰ ਜਦੋਂ ਖੋਲਦੇ ਹਨ, ਸੋ ਖੋਲੀ ਤਤਕਾਲ ਗਰੀ ਦਿਸ਼ ਮੁਖ ਕਰਿਓ। ਜਦੋਂ ਦੇਖਿਆ ਬਾਰੀ ਨੂੰ ਖੋਲ ਕੇ ਥੱਲੇ ਗਲੀ ਵਿੱਚ ਝਾਤੀ ਮਾਰ ਕੇ ਨਾ ਮਿੱਠਾ ਕੀਰਤਨ ਕੌਣ ਕਰ ਰਿਹਾ ਹੈ। ਓ ਸ਼੍ਰੀ ਅਰਜਨ ਦਿਸ਼ ਦੇਖ ਬਾਕ ਕੋ ਉਚਰਿਓ। ਔਰ ਗੁਰੂ ਅਰਜਨ ਸਾਹਿਬ ਦੇਖੇ ਤਾਂ ਮਹਾਰਾਜ ਆਪ ਆ ਕੇ ਬੈਠ ਗਏ ਨੇ। ਜਦੋਂ ਦੇਖਿਆ ਤੇ ਰਸਨਾ ਤੋਂ ਸ਼ਬਦ ਕਹੇ, ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸ ਤੇ। ਦੇਖਿਓ ਸ਼ਬਦ ਥੋੜੇ ਜੇ ਸੁਣਨ ਵਿੱਚ ਕਈ ਰਾਂ ਇਉਂ ਲੱਗਦੇ ਨੇ ਵੀ ਕਿਵੇਂ ਮਹਾਰਾਜ ਦੀ ਜਿਸ ਤਰ੍ਹਾਂ ਨਿਰਾਦਰ ਕੀਤਾ ਹੈ। ਅਸਲ ਵਿੱਚ ਸਤਿਗੁਰਾਂ ਦੇ ਬੜੇ ਵੱਡੇ ਗੁਣ ਬਿਆਨ ਹੋ ਰਹੇ ਨੇ। ਬਾਬਾ ਮੋਹਨ ਜੀ ਕਹਿ ਰਹੇ ਨੇ, ਦੇਖੋ ਮੈਨੂੰ ਤੁਹਾਡੇ ਨਾਲ ਗਿਲਾ ਹੈ, ਗੁੱਸਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੇ ਘਰ ਦੀ ਗੁਰਤਾ ਗੱਦੀ ਸੇਵਾ ਕਰਕੇ ਸਾਡੇ ਕੋਲੋਂ ਹਥਿਆ ਲਈ ਹੈ। ਕੁਲ ਭੱਲਿਆਂ ਕੀ ਹੁਤੀ ਗੁਰਤਾ ਜਾਸ ਤੇ। ਇਹ ਤਾਂ ਭੱਲਿਆਂ ਦੀ ਕੁਲ ਦੀ ਸੀ ਗੁਰਤਾ ਗੱਦੀ, ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਦੇਣੀ ਸੀ, ਪਰ ਉਹਨਾਂ ਦਾ ਸੇਵਕ ਸੇਵਾ ਕਰਕੇ ਇਸ ਗੱਦੀ ਨੂੰ ਲੈ ਗਿਆ ਹੈ। ਹੀਨਸ ਸੋਢੀ ਸੇਵ ਨਾ ਹਮ ਟਿਗ ਸੋ ਰਹੀ। ਸਾਡੇ ਕੋਲ ਤੇ ਹੁਣ ਕੁਝ ਵੀ ਨਹੀਂ ਰਿਹਾ। ਇਸ ਭੱਲਿਆਂ ਦੀ ਕੁੱਲ ਵਿੱਚੋਂ ਗੱਦੀ ਹੁਣ ਸੋਢੀਆਂ ਨੇ ਮੱਲ ਲਈ ਹੈ। ਉਹ ਤੇ ਤੀਨ ਤੁਮ ਪ੍ਰਾਂਤ ਨਾ ਸਮਤਾ ਮਨ ਲਹੀ। ਸੋ ਇਸ ਕਰਕੇ ਤੁਸੀਂ ਤਿੰਨ ਭਰਾ ਹੋ, ਭਾਵ ਗੁਰੂ ਅਰਜਨ ਸਾਹਿਬ ਮਹਾਰਾਜ, ਬਾਬਾ ਪਿਰਥੀਆ ਜੀ ਔਰ ਬਾਬਾ ਪਿਰਥੀਆ ਜੀ ਦੇ ਛੋਟੇ ਭਰਾਤਾ ਗੁਰੂ ਅਰਜਨ ਸਾਹਿਬ ਮਹਾਰਾਜ, ਤਿੰਨ ਭਰਾ ਨੇ। ਸੋ ਇਸ ਕਰਕੇ ਕਹਿਣ ਲੱਗੇ, ਜੋ ਤੁਸੀਂ ਤਿੰਨੇ ਭਰਾ ਹੋ। ਪਿਤਾ ਗਏ ਬੈਕੁੰਠ ਵਿਰੋਧ ਉਠਾਇਓ। ਬਾਬਾ ਮਹਾਦੇਵ ਜੀ ਕਹਿਣ ਲੱਗੇ, ਤਿੰਨੇ ਭਰਾ ਜਦੋਂ ਦੇ ਗੁਰੂ ਰਾਮਦਾਸ ਮਹਾਰਾਜ ਬੈਕੁੰਠ ਧਾਮ ਨੂੰ ਗਏ ਹਨ, ਆਟਕ ਕਰ ਮਹਿ ਪਾਏ ਜੋ ਕਪਟ ਕਮਾਇਓ। ਇਹਨਾਂ ਨੇ ਘਰ ਦੇ ਵਿੱਚ ਝਗੜਾ ਪਾ ਲਿਆ ਆਪਸ ਵਿੱਚ ਤਿੰਨਾਂ ਭਰਾਵਾਂ ਨੇ।
ਭਾਵ ਗੁਰਤਾ ਗੱਦੀ ਤੇ ਬੈਠਣ ਤੋਂ ਲੜ ਰਹੇ ਹਨ। ਭਰਾਤਾ ਹੁਤੋ ਬਿਲਾਸ ਨਿਕਾਸਿਓ ਧਾਮ ਤੇ। ਇਸ ਕਰਕੇ ਬਾਬਾ ਮੋਹਨ ਜੀ ਕਹਿ ਲੱਗੇ, ਗੁਰੂ ਅਰਜਨ ਸਾਹਿਬ ਜੀ ਤੁਸੀਂ ਆਪਣੇ ਵੱਡੇ ਭਰਾ ਨੂੰ ਵੀ ਘਰੋਂ ਕੱਢ ਦਿੱਤਾ ਹੈ ਔਰ ਤੁਸੀਂ ਗੁਰਤਾ ਗੱਦੀ ਤੇ ਕਾਬਜ ਹੋ ਗਏ ਹੋ ਬੈਠਿਓ ਗੁਰਬਨ ਆਪ ਨਾ ਲੀਨਸ ਸਾਮ ਤੇ। ਇਸ ਕਰਕੇ ਤੁਸੀਂ ਹੁਣ ਕਿਸੇ ਨੂੰ ਵੀ ਬਰਾਬਰ ਨਹੀਂ ਗਿਣਦੇ, ਤੁਸੀਂ ਗੁਰਤਾ ਗੱਦੀ ਤੇ ਬੈਠ ਗਏ ਹੋ। ਲਾਜ ਨਾ ਧਾਰਿਓ ਆਪ ਅਬੈ ਚਲ ਆਇਓ। ਇਸ ਕਰਕੇ ਤੁਸੀਂ ਥੋੜਾ ਜਿਹਾ ਵੀ ਤਰਾਸ ਨਹੀਂ ਧਾਰਿਆ, ਥੋੜਾ ਜਿਹਾ ਵੀ ਡਰ ਨਹੀਂ ਮਹਿਸੂਸ ਕੀਤਾ, ਹੁਣ ਮੇਰੇ ਚੁਬਾਰੇ ਨੂੰ ਵੀ ਆ ਕੇ ਹੱਥ ਪਾ ਲਿਆ ਹੈ। ਸਭ ਗੁਰੂਆਂ ਕੇ ਸ਼ਬਦ ਲੈਨ ਹਿਤ ਤਾਇਓ। ਔਰ ਸਾਰੇ ਗੁਰੂ ਸਾਹਿਬਾਨ ਦੀ ਜੋ ਬਾਣੀ ਉਹਨਾਂ ਦੇ ਸ਼ਬਦ ਨੇ ਉਹ ਲੈਣ ਵਾਸਤੇ ਤੁਸੀਂ ਏਡੀ ਦੂਰੋਂ ਚੱਲ ਕੇ ਇੱਥੇ ਵੀ ਆ ਗਏ ਹੋ। ਅਪਰ ਯਤਨ ਕਰ ਰਹੇ ਹੋ ਨਾ ਬਸ ਕੁਛ ਚਾਲਿਓ। ਹੋਰਾਂ ਨੇ ਵੀ ਯਤਨ ਕੀਤੇ ਨੇ, ਪਹਿਲਾਂ ਭਾਈ ਗੁਰਦਾਸ ਜੀ ਆਏ ਨੇ, ਬਾਬਾ ਬੁੱਢਾ ਸਾਹਿਬ ਜੀ ਆਏ ਨੇ, ਪਰ ਉਹਨਾਂ ਦੇ ਹੱਥ ਵਿੱਚ ਇਹ ਬਾਣੀ ਦੇ ਸ਼ਬਦ ਨਹੀਂ ਲੱਗੇ। ਉਹ ਪੂਤਲ ਬੈਠ ਗਲੀਨ ਪਖੰਡ ਬਿਸਾਲਿਓ। ਸੋ ਇਸ ਕਰਕੇ ਤੁਸੀਂ ਇਹ ਕਿਹੋ ਜਿਹਾ ਹੈਰਾਨੀਜਨਕ ਕੀਰਤਨ ਕਰ ਰਹੇ ਹੋ, ਉਸ ਤਰ੍ਹਾਂ ਹੀ ਬਿਨਾਂ ਗਲੀਚਿਆਂ ਤੋਂ ਧਰਤੀ ਤੇ ਬੈਠੇ ਹੋ। ਨਿਰਗੁਣ ਬਹੀਨੋ ਲਾਜ ਨਿਸ਼ੰਕ ਸਮਾਇਆ। ਸੋ ਇਸ ਕਰਕੇ ਕਹਿਣ ਲੱਗੇ ਤੁਸੀਂ ਲਾਜ ਨੂੰ ਛੱਡ ਦਿੱਤਾ ਹੈ। ਇਸ ਤਰ੍ਹਾਂ ਕਿਵੇਂ ਇੰਨੀ ਨਿਮਰਤਾ ਪ੍ਰਾਪਤ ਕੀਤੀ ਹੈ? ਜਹ ਕਹਿ ਢੀਠ ਕਰਮ ਕਰੇ ਨਾ ਸਮਾਇਆ। ਕਹਿਣ ਲੱਗੇ ਜਹ ਕਹੇ ਢੀਠ ਕਰਮ, ਜਿੱਥੇ ਕਿੱਥੇ ਢੀਠ ਹੋ ਕੇ ਇਹੋ ਜਿਹਾ ਕੰਮ ਕੋਈ ਹੋਰ ਨਹੀਂ ਕਰ ਸਕਦਾ। ਦੇਖੋ ਇਹ ਗੋਣੇ ਕਈ ਵਾਰ ਅਸੀਂ ਕਿਸੇ ਬੰਦੇ ਨੂੰ ਕਹਿੰਦੇ ਆ ਪਰ ਬੜਾ ਸਿਰੜੀ ਨਿਕਲਿਆ, ਲੱਗਦਾ ਨਹੀਂ ਸੀ ਵੀ ਇਹ ਕੰਮ ਕਰ ਜੂਗਾ ਪਰ ਕਰ ਗਿਆ ਹੈ। ਹਾਲਾਂਕਿ ਭਾਵੇਂ ਉਹਦੀ ਅਸੀਂ ਨਿੰਦੇ ਕਰਦੇ ਆ ਕਿਸੇ ਕੋਲ, ਸੋਚਦੇ ਤਾਂ ਇਹੀ ਸਾਂ ਵੀ ਇਹ ਪਹੁੰਚ ਨਹੀਂ ਸਕਦਾ ਪਰ ਪਹੁੰਚ ਗਿਆ, ਬੜਾ ਢੀਠ ਨਿਕਲਿਆ, ਖਾੜਾ ਨਹੀਂ ਛੱਡਿਆ। ਉਸ ਲਹਿਜੇ ਦੇ ਵਿੱਚ ਕਹਿ ਰਹੇ ਨੇ ਬਾਬਾ ਮੋਹਨ ਜੀ ਵੀ ਬੜੇ ਪੱਕੇ ਨਿਕਲੇ, ਇੰਨੀ ਨਿਮਰਤਾ, ਵੱਡੇ ਭਰਾ ਨੇ ਏਡਾ ਕਲੇਸ਼ ਪਾਇਆ, ਗੁਰਤਾ ਗੱਦੀ ਤੇ ਬੈਠਣ ਵਾਸਤੇ ਕਿੱਥੋਂ ਤੱਕ ਪਹੁੰਚ ਕੀਤੀ, ਜਹਾਂਗੀਰ ਕੋਲ ਗਿਆ, ਪਰ ਬੜੇ ਤਗੜੇ ਨਿਕਲੇ ਤੁਸੀਂ। ਏਡੀ ਵੱਡੀ ਨਿਮਰਤਾ, ਤੁਹਾਡੇ ਪੁੱਤਰ ਨੂੰ ਬਾਰ-ਬਾਰ ਮਾਰਨ ਦਾ ਯਤਨ ਕਰਦਾ ਰਿਹਾ ਪਰ ਤੁਸੀਂ ਨਹੀਂ ਕੁਝ ਕਿਹਾ ਰਸਨਾ ਦੇ ਉੱਤੋਂ। ਇਹ ਸਿਫਤ ਸੀ ਮਹਾਰਾਜ ਦੀ ਵੀ ਏਡੀ ਵੱਡੀ ਨਿਮਰਤਾ ਤੁਸੀਂ ਕਿੱਥੋਂ ਪ੍ਰਾਪਤ ਕੀਤੀ ਹੈ। ਇਸ ਗੱਦੀ ਤੇ ਬਹਿਣ ਦੇ ਹੱਕਦਾਰ ਤੁਸੀਂ ਹੀ ਹੋ। ਏਉ ਨਾ ਜਾਣੈ ਤੋਹੇ ਠਗਤ ਹੈ ਜਗਤ ਕੋ। ਇਸ ਕਰਕੇ ਕਹਿੰਦੇ ਤੁਹਾਡਾ ਇਹ ਭੇਦ ਨਹੀਂ ਕੋਈ ਜਾਣ ਸਕਦਾ, ਤੁਸੀਂ ਠੱਗ ਲਿਆ ਸਾਰਿਆਂ ਨੂੰ। ਭਾਵ ਕਾਮ ਕ੍ਰੋਧ ਵਿਕਾਰ ਤੁਹਾਨੂੰ ਨਹੀਂ ਠੱਗ ਸਕੇ, ਸਗੋਂ ਕ੍ਰੋਧ ਦੇ ਉੱਤੇ ਤੁਸੀਂ ਫਤਿਹ ਪਾ ਲਈ ਆਪਣੀ ਨਿਮਰਤਾ ਦੇ ਸਦਕਾ। ਉਹ ਸਦਾ ਦਿਖਾਏ ਅਧੀਨ ਆਪਨ ਪਉ ਭਗਤ ਕਉ। ਕਹਿਣ ਲੱਗੇ ਇਸ ਕਰਕੇ ਤੁਸੀਂ ਸਦਾ ਹੀ ਅਧੀਨ ਕੀਤਾ ਹੈ। ਜਿਤਨੇ ਵੀ ਤੁਹਾਡੇ ਭਗਤ ਨੇ ਸਾਰੇ ਤੁਹਾਡੇ ਇਸ ਭੇਦ ਨੂੰ ਜਾਣਦੇ ਹਨ। ਨਿੰਦਾ ਉਸਤਤ ਬਿਆਜ ਬਚਨ ਮੋਹਨ ਕਹੇ। ਕਹਿਣ ਲੱਗੇ ਇਸ ਤਰ੍ਹਾਂ ਜਿਨ੍ਹਾਂ ਦੇ ਵਿੱਚ ਨਿੰਦਿਆ ਵੀ ਸੀ ਤੇ ਉਸਤਤ ਵੀ ਸੀ, ਇਹ ਬਚਨ ਬਾਬਾ ਮੋਹਨ ਜੀ ਨੇ ਪੰਚਮ ਗੁਰਦੇਵ ਨੂੰ ਕਹੇ ਹਨ। ਗੁਰੂ ਅਰਜਨ ਹੀ ਜਾਣ ਅਪਰ ਨਹਿ ਕਿਸ ਲਹੇ। ਕਹਿ ਲੱਗੇ ਹੋਰ ਕੋਈ ਨਹੀਂ ਜਾਣਦਾ ਵੀ ਬਾਬਾ ਮੋਹਨ ਜੀ ਕੀ ਕਹਿ ਰਹੇ ਨੇ, ਇਸ ਬਚਨਾਂ ਨੂੰ ਗੁਰੂ ਅਰਜਨ ਸਾਹਿਬ ਹੀ ਜਾਣਦੇ ਹਨ। ਸੁਨਤ ਤੰਬੂਰਾ ਹਾਥ ਬਾਹਰ ਗਾਵਨ ਕਰਿਓ। ਜਦੋਂ ਸ਼ਬਦ ਬੋਲ ਰਹੇ ਸਨ ਤੇ ਮੱਥੇ ਤੋਂ ਗੁੱਸਾ ਢਲਕਦਾ ਪਿਆ ਸੀ। ਸਿੱਖ ਦੇਖਦੇ ਪਏ ਸਨ ਕਿਹੋ ਜਿਹੇ ਬੋਲ ਬੋਲਦਾ ਬਾਬਾ ਮੋਹਨ, ਪਰ ਧੰਨ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਏਡੀ ਵੱਡੀ ਨਿਮਰਤਾ ਜਿਵੇਂ ਗੁਰੂ ਰਾਮਦਾਸ ਮਹਾਰਾਜ ਨੇ ਦਿਖਾਈ ਸੀ ਨਾ ਬਾਬਾ ਸ਼੍ਰੀ ਚੰਦ ਜੀ ਅੱਗੇ, ਉਸੇ ਤਰ੍ਹਾਂ ਗੁਰੂ ਸੁਪੁੱਤਰ ਜਾਣ ਕੇ ਗੁਰੂ ਅਰਜਨ ਦੇਵ ਮਹਾਰਾਜ ਫਿਰ ਸਰੰਦਾ ਚੁੱਕਿਆ ਹੈ, ਜਵਾਬ ਨਹੀਂ ਦਿੱਤਾ, ਇਲਾਹੀ ਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ। ਹੋ ਜਿਸ ਮੈਂ ਕੀਰਤ ਦੀਹ ਸ਼ਰਮਨ ਮੈਂ ਰਵ ਪਰਿਓ। ਕਹਿ ਲੱਗੇ ਉਹ ਜਿਹਦੇ ਵਿੱਚ ਪਰਮੇਸ਼ਰ ਦੀ ਹੀ ਕੀਰਤੀ ਸਮਾਈ ਹੋਈ ਸੀ, ਉਹ ਪਵਿੱਤਰ ਸ਼ਬਦ ਜਦ ਬਾਬੇ ਮੋਹਨ ਦੇ ਕੰਨਾਂ ਵਿੱਚ ਪਿਆ। ਸ੍ਰੀ ਮੁਖ ਵਾਕ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ। ਉਹ ਬਚਨ ਸਨ ਹੈ ਵਾਹਿਗੁਰੂ ਤੇਰੇ ਬਚਨ ਅਨੂਪ, ਕੀ ਉਪਮਾ ਕਰ ਸਕਦੇ ਆ ਤੇਰੀ। ਤੇਰਾ ਇੱਕ ਇੱਕ ਕਿਹਾ ਹੋਇਆ ਸ਼ਬਦ ਉਹਦਾ ਵਿਖਿਆਨ ਨਹੀਂ ਕੀਤਾ ਜਾ ਸਕਦਾ। ਤੇਰੀ ਚਾਲ ਨਿਰਾਲੀ, ਤੂੰ ਕਿਸ ਚਾਲ ਨੂੰ ਪਸੰਦ ਕਰਦਾ ਹੈ, ਦੁਨੀਆ ਕਿਸ ਚੀਜ਼ ਵਿੱਚ ਸੁੱਖ ਭਾਲਦੀ ਹੈ, ਤੈਨੂੰ ਇਸ ਚੀਜ਼ ਨਾਲ ਮਤਲਬ ਨਹੀਂ। ਤੂੰ ਜੋ ਕਰੇ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ, ਇਹੀ ਤੇਰੀ ਨਿਰਾਲੀ ਚਾਲ ਹੈ। ਚਾਹੇ ਪਹਾੜੀ ਵਾਲੇ ਨੂੰ ਥੱਲੇ ਲਾ ਦੇ, ਨੀਚ ਤੋਂ ਉੱਚਾ ਬਣਾ ਦੇ, ਤੇਰੀ ਬੜੀ ਅਜੀਬ ਅਚਾਲ ਹੈ। ਤੇਰੇ ਇਸ ਭੇਦ ਨੂੰ ਕੋਈ ਬੁੱਝ ਨਹੀਂ ਸਕਦਾ। ਮੋਹਨ ਤੂੰ ਮਨ ਹੈ ਏਕ ਜੀ, ਸਭ ਅਵਰ ਸਭ ਰਾਲੀ।
ਮੋਹਨ ਤੂੰ ਮਾਨਹਿ ਏਕ ਜੀ ਅਵਰ ਸਭ ਰਾਲੀ। ਹੇ ਮੋਹਨ ਵਾਹਿਗੁਰੂ ਜੀ, ਮਨ ਨੂੰ ਮੋਹ ਲੈਣ ਵਾਲੇ, ਜਿਨ੍ਹਾਂ ਨੇ ਇੱਕ ਜੀ ਕਰਕੇ ਇੱਕ ਮਨ ਚਿੱਤ ਹੋ ਕੇ ਤੁਹਾਡੀ ਆਰਾਧਨਾ ਕੀਤੀ ਹੈ। ਮਨ ਹੈ ਤਾਂ ਏਕ ਅਲੇਖ, ਠਾਕੁਰ ਜਿਨ ਹੈ ਸਭ ਕਲ ਧਾਰਿਆ। ਮਨ ਹੈ ਤਾਂ ਏਕ ਅਲੇਖ, ਠਾਕੁਰ ਜਿਨ ਹੈ ਸਭ ਕਲ ਧਾਰਿਆ। ਉਹ ਮੰਨਦੇ ਨੇ ਤੇਰੇ ਪਿਆਰੇ ਜਨ ਉਸ ਏਕ ਅਲੇਖ ਵਾਹਿਗੁਰੂ ਨੂੰ, ਜਿਸ ਨੇ ਸਾਰੀਆਂ ਸ਼ਕਤੀਆਂ ਨੂੰ ਆਪਣੇ ਵਸ ਵਿੱਚ ਰੱਖਿਆ ਹੈ। ਤੁਧ ਬਚਨ ਗੁਰੂ ਕੈ ਵਸ, ਕੀਆ ਆਦ ਪੁਰਖ ਬਨਵਾਰੀਆ। ਤੁਧ ਬਚਨ, ਤੁਧ ਹੇ ਵਾਹਿਗੁਰੂ ਤੈਨੂੰ ਵਸ ਕੀਆ, ਗੁਰੂ ਦੇ ਬਚਨ ਦੇ ਰਾਹੀਂ, ਸ਼ਬਦ ਦੇ ਰਾਹੀਂ ਤੇਰੇ ਭਗਤਾਂ ਨੇ ਤੈਨੂੰ ਆਪਣੇ ਵਸ ਵਿੱਚ ਕੀਤਾ ਹੋਇਆ। ਤੁਧ ਬਚਨ ਗੁਰ ਕੈ ਵਸ ਕੀਆ, ਆਦ ਪੁਰਖ ਬਨਵਾਰੀਆ। ਹੇ ਆਦ ਪੁਰਖ, ਆਦ ਸੱਚ ਜੁਗਾਦ ਸੱਚ ਵਾਹਿਗੁਰੂ, ਸਾਰੀ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਨਿਰੰਕਾਰ ਜੀਓ, ਗੁਰੂ ਦੇ ਸ਼ਬਦ ਰਾਹੀਂ ਇਹਨਾਂ ਭਗਤਾਂ ਨੇ ਤੈਨੂੰ ਆਪਣੇ ਵਸ ਵਿੱਚ ਕੀਤਾ ਹੈ। ਤੂੰ ਆਪ ਚੱਲਿਆ ਆਪ ਰਹਿਆ, ਆਪ ਸਭ ਕਲ ਧਾਰਿਆ। ਤੁਸੀਂ ਆਪ ਹੀ ਇਸ ਧਰਤੀ ਤੇ ਬ੍ਰਹਿਮੰਡ ਵਿੱਚ ਚੱਲ ਰਹੇ ਹੋ, ਆਪ ਹੀ ਇਥੋਂ ਮੌਤ ਰੂਪ ਵਿੱਚ ਵਿਦਾ ਹੋ ਰਹੇ ਹੋ। ਸੰਪਰਦਾਇ ਟੀਕਾ ਥੋੜਾ ਹੋਰ ਢੰਗ ਦੇ ਨਾਲ ਕਰਦੇ ਨੇ। ਉਹ ਇੱਥੇ ਸ਼ਬਦ ਗੁਰੂ ਸਾਹਿਬਾਨ ਵਾਸਤੇ ਔਰ ਬਾਬਾ ਮੋਹਨ ਜੀ ਵਾਸਤੇ ਵਰਤਦੇ ਨੇ ਕਿ ਤੂੰ ਆਪ ਚੱਲਿਆ ਆਪ ਰਹਿਆ, ਆਪ ਸਭ ਕਲ ਧਾਰਿਆ। ਇਹ ਸਾਰੀ ਕਲਾ ਤੁਹਾਡੀ ਹੀ ਧਾਰੀ ਹੈ। ਬਿਨਵੰਤ ਨਾਨਕ ਪੈਜ ਰੱਖੋ, ਸਭ ਸੇਵਕ ਸਰਨ ਤੁਮਾਰੀਆ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਸਾਡੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ, ਸਾਡੀ ਪੈਜ ਰੱਖੋ। ਇਹ ਸਾਰੀਆਂ ਸੰਗਤਾਂ ਤੁਹਾਡੀ ਸ਼ਰਨ ਦੇ ਵਿੱਚ ਹਨ। ਚੌਪਈ ਇਮ ਸੁਨ ਕਰ ਜਸ ਆਪਨ ਕੇਰਾ। ਸੋ ਇਸ ਤਰ੍ਹਾਂ ਜਦੋਂ ਪਰਮੇਸ਼ਰ ਵਾਹਿਗੁਰੂ ਦਾ ਜਸ ਬਿਆਨ ਕੀਤਾ ਕੀਰਤਨ ਦੇ ਰੂਪ ਵਿੱਚ, ਭਇਓ ਪ੍ਰਸੰਨ ਕਿਰਪਾਲ ਕਨੇਰਾ। ਉਹ ਪ੍ਰਸੰਨ ਸਰੂਪ ਬਾਬਾ ਮੋਹਨ ਜੀ ਖੁਸ਼ ਹੋ ਗਏ ਉਸ ਪਰਮਾਤਮਾ ਦੀ ਸਿਫਤ ਸੁਣ ਕੇ। ਮਨ ਮਹਿ ਲਾਗ ਵਿਚਾਰਨ ਮੋਹਨ, ਔਰ ਆਪਣੇ ਮਨ ਦੇ ਵਿੱਚ ਵਿਚਾਰਨ ਕਰਨ ਲੱਗੇ। ਸਤਿ ਗੁਰੂ ਮੂਰਤ ਇਹ ਸੋਹਨ, ਕਹਿ ਲੱਗੇ ਬੜੇ ਸਿਆਣੇ ਨੇ ਗੁਰੂ ਅਰਜਨ ਦੇਵ ਮਹਾਰਾਜ, ਉਸ ਗੁਰੂ ਰਾਮਦਾਸ ਦਾ ਹੀ ਸਰੂਪ ਹਨ। ਕ੍ਰੋਧ ਈਰਖਾ ਆਦ ਵਿਕਾਰਾ, ਇਹਨਾਂ ਦੇ ਅੰਦਰ ਕੋਈ ਕ੍ਰੋਧ, ਕੋਈ ਈਰਖਾ, ਕੋਈ ਵਕਾਰ ਨਹੀਂ ਹੈ। ਦੇਖੋ ਮੈਂ ਬਚਨ ਵੀ ਕਠਨ ਬੋਲੇ ਨੇ, ਪਰ ਫਿਰ ਵੀ ਕਿੱਡੇ ਨਿਮਰ ਨੇ, ਕਿੰਨਾ ਮਿੱਠਾ ਕੀਰਤਨ ਕਰਦੇ ਹਨ। ਇਨ ਮਹਿ ਕੋ ਨਹਿ ਪਰੈ ਨਿਹਾਰਾ, ਇਹਨਾਂ ਦੇ ਵਿੱਚ ਕੋਈ ਵੀ ਐਸਾ ਉਗਲ ਨਹੀਂ ਜੋ ਮੈਨੂੰ ਦਿਖਾਈ ਦਿੰਦਾ ਹੋਵੇ। ਕਰੇ ਸ਼ਤਰਤਾ ਸੋ ਪਛਤਾਵਹਿ, ਜੇ ਕੋਈ ਇਹਨਾਂ ਦੇ ਨਾਲ ਦੁਸ਼ਮਣੀ ਕਰੇਗਾ, ਈਰਖਾ ਕਰੇਗਾ, ਉਹਦੇ ਪੱਲੇ ਪਛਤਾਵਾ ਹੀ ਪਵੇਗਾ। ਸੇਵ ਹੈ ਪ੍ਰੀਤ ਸਕਲ ਸੁਖ ਪਾਵਹਿ, ਤੇ ਜੇ ਕੋਈ ਇਹਨਾਂ ਦੀ ਸੇਵਾ ਕਰੇਗਾ, ਪਿਆਰ ਕਰੇਗਾ, ਸਾਰੇ ਜਹਾਨ ਦੇ ਸੁਖ ਮਿਲਣਗੇ। ਕਟਕ ਬਾਕ ਸੁਨ ਕੈ ਅਬ ਮੇਰੇ, ਔਰ ਦੇਖੋ ਆਪਣੇ ਮਨ ਵਿੱਚ ਸੋਚਦਾ ਹੈ ਬਾਬਾ ਬੋਨ ਹੁਣੇ ਮੈਂ ਕਿੰਨੇ ਕਠੋਰ ਸ਼ਬਦ ਬੋਲੇ ਨੇ, ਪਰ ਕੋਈ ਵੀ ਅੱਗੋਂ ਕ੍ਰੋਧ ਵਿੱਚ ਸ਼ਬਦ ਨਹੀਂ ਬੋਲਿਆ। ਰਹੇ ਅਸ਼ੋਭ ਸਿੰਧ ਸਮਹੇਰੇ, ਉਹ ਤਾਂ ਸਿੰਧ ਸਮੁੰਦਰ ਦੀ ਨਿਆਈ ਗੰਭੀਰ ਨੇ, ਕਦੇ ਉਛਾਲਾ ਨਹੀਂ ਖਾਂਦੇ। ਭਾਵੇਂ ਕਿੰਨਾ ਮਰਜੀ ਮੀਂਹ ਪੈ ਜੇ, ਕਦੀ ਸਮੁੰਦਰ ਉਛਲ ਕੇ ਬਾਹਰ ਆਇਆ ਨਹੀਂ ਆਉਂਦਾ। ਤੇ ਭਾਵੇਂ 6 ਮਹੀਨੇ ਵਰਖਾ ਨਾ ਹੋਵੇ, ਸਮੁੰਦਰ ਸੁੱਕਦਾ ਵੀ ਕੋਈ ਨਹੀਂ। ਉਹ ਜਿਵੇਂ ਦਾ ਹੈ ਉਹ ਉਵੇਂ ਦਾ ਹੀ ਹੈ, ਉਹਦਾ ਵੱਡਪਣ ਉਹਦੇ ਅੰਦਰ ਹੀ ਹੈ, ਉਹਦੀ ਉਪਮਾ ਨਹੀਂ ਕਿਸੇ ਨਾਲ ਕੀਤੀ ਜਾ ਸਕਦੀ। ਇਹ ਬਰਸਾਤੀ ਨਦੀਆਂ ਨੇ ਥੋੜਾ ਜਿਹਾ ਮੀਂਹ ਪਿਆ ਤੇ ਹੜ੍ਹ ਦੇ ਰੂਪ ਵਿੱਚ ਆ ਗਈਆਂ, 2 ਦਿਨ ਵਰਖਾ ਨਾ ਪਈ ਤੇ ਨਾਲ ਹੀ ਸੁੱਕ ਜਾਂਦੀਆਂ ਨੇ। ਗੁਰੂ ਸਮੁੰਦਰ ਸਰੂਪ ਹੈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਮਿਲ ਕੇ ਉਹਨੂੰ ਵੱਡਾ ਵੱਡਾ ਕਹਿਣ ਤੇ ਉਹ ਛਾਲਾ ਮਾਰ ਕੇ ਬਾਹਰ ਨਹੀਂ ਆ ਜਾਂਦਾ। ਜੇ 4 ਜਣੇ ਇਕੱਠੇ ਹੋ ਕੇ ਨਿੰਦਿਆ ਕਰਨ ਵੀ ਸਮੁੰਦਰ ਕੀ ਹੈ, ਖਾਰਾ ਪਾਣੀ ਹੋਰ ਕੀ ਹੈ, ਝੱਗ ਤਰਦੀ ਪਈ ਹੈ, ਗਮ ਦੇ ਨਾਲੋਂ ਕਦੀ ਸੁੱਕ ਵੀ ਨਹੀਂ ਜਾਂਦਾ। ਉਹ ਜਿਸ ਤਰ੍ਹਾਂ ਦਾ ਹੈ ਉਵੇਂ ਦਾ ਹੈ। ਗੁਰੂ ਪਾਰ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ, ਜੇ ਸਾਰੇ ਮਿਲ ਕੇ ਉਹਦੀ ਉਪਮਾ ਕਰਨ ਤਾਂ ਵੀ ਉਸੇ ਟਿਕਾ ਵਿੱਚ ਨੇ। ਜੇ 4 ਨਿੰਦਕ ਸਾਹਮਣੇ ਆ ਕੇ ਬੈਠ ਗਏ ਨੇ ਤਾਂ ਵੀ ਕ੍ਰੋਧਵਾਨ ਹੋ ਕੇ ਕੋਈ ਬੁਰਾ ਭਲਾ ਨਹੀਂ ਆਖਦੇ। ਸ਼ਾਂਤ ਰਿਦਾ ਸਮਤਾ ਮੁਝ ਸਾਥ, ਕਹਿ ਲੱਗੇ ਸ਼ਾਂਤ ਰਿਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦਾ। ਮੈਂ ਕੌਣ ਹਾਂ ਮੋਹਨ ਜੋ ਉਹਨਾਂ ਦੀ ਬਰਾਬਰੀ ਕਰ ਸਕਾਂ। ਗਾਏ ਸ਼ਬਦ ਸ਼੍ਰੀ ਅਰਜਨ ਨਾਥ, ਔਰ ਕਿਉਂਕਿ ਉਹਨਾਂ ਨੇ ਬੜੇ ਪਿਆਰੇ ਸ਼ਬਦ ਕੀਰਤਨ ਦੇ ਰੂਪ ਵਿੱਚ ਗਾਏ ਹਨ। ਸ਼੍ਰੀ ਗੁਰੂ ਅਮਰ ਪਿਤਾ ਕੇ ਬੈਨ, ਕਹਿ ਲੱਗੇ ਜੋ ਗੁਰੂ ਅਮਰਦਾਸ ਸਾਡੇ ਪਿਤਾ ਜੀ ਹੋਏ ਹਨ। ਈਨ
ਬਿਗਾਰ ਜੇ ਮਾਨੇ ਮੈਂ ਨਾ। ਕਹਿਣ ਲੱਗੇ ਮੈਂ ਉਦੋਂ ਵੀ ਝਗੜਾ ਕੀਤਾ ਸੀ, ਉਹਨਾਂ ਮੈਨੂੰ ਕਿਹਾ ਵੀ ਸੀ ਵੀ ਗੁਰੂ ਰਾਮਦਾਸ ਦੇ ਚਰਨ ਪਕੜ ਲਵੋ, ਪਰ ਮੈਂ ਪਕੜੇ ਨਾ। ਉਮਰ ਕਰਕੇ, ਗੁਰੂ ਪੁੱਤਰ ਹੋਣ ਕਰਕੇ ਮੈਂ ਈਰਖਾ ਕਰ ਗਿਆ, ਮਨ ਵਿੱਚ ਹੰਕਾਰ ਆ ਗਿਆ। ਮੋਰੀ ਪੁੱਤ ਸਨਮੁਖ ਹੋਇਆ, ਰਾਮਦਾਸੇ ਪੈਰੀ ਪਾਏ ਜੀਓ। ਮੋਰੀ ਪੁੱਤਰ ਨੇ ਤਾਂ ਮੱਥਾ ਟੇਕ ਦਿੱਤਾ, ਪਰ ਬਾਬਾ ਮੋਹਨ ਉਦੋਂ ਅੜ ਗਿਆ ਤੇ ਸਖਤ ਬੋਲ ਬੋਲੇ ਸਨ ਕਿ ਗੁਰਤਾ ਗੱਦੀ ਦਾ ਹੱਕ ਮੇਰਾ ਬਣਦਾ ਹੈ। ਉਸ ਘਟਨਾ ਨੂੰ ਵਿਚਾਰ ਕੇ ਹੁਣ ਇੱਥੇ ਪਛਤਾਵਾ ਕਰ ਰਹੇ ਹਨ। ਅਬ ਨਹਿ ਉਚਿਤ ਬਿਗਾਰਨ ਬਾਤੀ। ਕਹਿ ਲਗੇ ਚਲੋ ਅੱਗੇ ਸਮਾਂ ਜੋ ਬੀਤੀ ਸੋ ਬੀਤੀ, ਭੁੱਲ ਹੋਈ। ਹੁਣ ਤਾਂ ਫਿਰ ਪੰਜਵੇਂ ਗੁਰੂਦੇਵ ਆ ਗਏ ਨੇ, ਮੈਂ ਹੁਣ ਤੇ ਨਾ ਭੁੱਲ ਕਰਾਂ, ਹੁਣ ਤੇ ਇਹਨਾਂ ਨੂੰ ਕੋਈ ਮਾੜਾ ਸ਼ਬਦ ਨਾ ਕਹਾਂ, ਤਾਂ ਕਿ ਮੈਨੂੰ ਦੁਬਾਰਾ ਨਾ ਇਸ ਸੰਤਾਪ ਦਾ ਭੁਗਤਾਨ ਕਰਨਾ ਪਵੇ। ਕਰੋ ਸੁਧਾਰਨ ਹੋਏ ਸੁਖ ਸ਼ਾਂਤੀ। ਸੋ ਇਸ ਕਰਕੇ ਮੈਂ ਆਪਣੇ ਅੰਦਰ ਸੁਧਾਰ ਕਰਾਂ, ਨਮਰ ਹੋ ਕੇ ਗੁਰੂ ਅਰਜਨ ਸਾਹਿਬ ਦੇ ਚਰਨ ਪਕੜ ਲਵਾਂ, ਤਾਂ ਕਿ ਮੇਰੇ ਅੰਦਰ ਵੀ ਸ਼ਾਂਤੀ ਟਿਕ ਜਾਏ। ਜਗ ਮਹਿ ਨਿੰਦਾ ਪੂਰਬ ਲਈ। ਕਿਉਂਕਿ ਪਹਿਲਾਂ ਵੀ ਮੈਨੂੰ ਨਿੰਦਿਆ ਦਾ ਹੀ ਸਾਹਮਣਾ ਕਰਨਾ ਪਿਆ ਸੀ, ਸੰਗਤਾਂ ਮੇਰੇ ਵੱਲੋਂ ਪਾਸਾ ਵੱਜ ਗਈਆਂ ਸਨ ਵੀ ਇਸ ਮੋਹਨ ਨੇ ਸਾਡੇ ਗੁਰਦੇਵ ਦਾ ਬਚਨ ਨਹੀਂ ਮੰਨਿਆ। ਇਸ ਕਰਕੇ ਮੈਨੂੰ ਉਦੋਂ ਲੋਕਾਂ ਨੇ ਬਹੁਤ ਬੁਰਾ ਭਲਾ ਆਖਿਆ ਸੀ। ਅਬ ਸੁਧਰੈ ਗੁਰਬਾਣੀ ਦਈ। ਸੋ ਇਸ ਕਰਕੇ ਉਸ ਕਲੰਕ ਨੂੰ ਮੈਂ ਹੁਣ ਮਿਟਾ ਸਕਦਾ। ਕਿਵੇਂ? ਇਹ ਬਾਣੀ ਦੀਆਂ ਪੋਥੀਆਂ ਦੇ ਕੇ, ਇਹ ਮੈਂ ਸਰੂਪ ਬਾਣੀ ਦੇ ਦੇਵਾਂ ਤਾਂ ਕਿ ਸੰਗਤ ਮੇਰੇ ਉੱਪਰ ਖੁਸ਼ ਹੋ ਜਾਏ, ਗੁਰੂ ਸਾਹਿਬ ਮੇਰੇ ਤੇ ਤਰੁੱਠ ਪੈਣਗੇ। ਇਮ ਵਿਚਾਰ ਕਰ ਲੈ ਕਰ ਪੋਥੀ। ਇਸ ਤਰ੍ਹਾਂ ਦੀ ਵਿਚਾਰ ਕਰਕੇ ਬਾਬਾ ਮੋਹਨ ਜੀ ਉੱਠੇ ਨੇ ਚਵਾਰੇ ਵਿੱਚ, ਹੱਥ ਵਿੱਚ ਪੋਥੀਆਂ ਪਕੜੀਆਂ ਹਨ। ਮਤ ਤਜ ਦੀਨ ਪ੍ਰੇਮ ਤੇ ਥੋਥੀ। ਔਰ ਪ੍ਰਾਣੀ ਮਤ ਈਰਖਾ ਸਾਰੇ ਛੱਡ ਦਿੱਤੀ, ਉਹ ਹੰਕਾਰ ਛੱਡ ਦਿੱਤਾ ਵੀ ਮੈਂ ਗੁਰੂ ਸਪੁੱਤਰ ਹਾਂ, ਮੈਂ ਉਮਰ ਕਰਕੇ ਵੱਡਾ ਹਾਂ। ਕਿਉਂਕਿ ਉਮਰ ਕਰਕੇ ਰਿਸ਼ਤੇ ਵਿੱਚ ਬਾਬਾ ਮੋਹਨ ਗੁਰੂ ਅਮਰਦਾਸ ਜੀ ਦੇ ਮਾਮਾ, ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਲੱਗਦੇ ਨੇ, ਬੀਬੀ ਭਾਨੀ ਦੇ ਭਰਾ ਨੇ। ਇਸ ਕਰਕੇ ਕਹਿੰਦੇ ਮੈਂ ਹੁਣ ਇਸ ਤਰ੍ਹਾਂ ਨਹੀਂ ਸੋਚਣਾ ਵੀ ਮੈਂ ਮਾਮਾ ਹੈ, ਰਿਸ਼ਤੇ ਵਿੱਚ ਵੱਡਾ ਹੈ, ਉਮਰ ਕਰਕੇ ਵੱਡਾ ਹੈ। ਇਸ ਮਨ ਮਤ ਨੂੰ ਮੈਂ ਪਾਸੇ ਰੱਖ ਕੇ ਪੰਚਮ ਗੁਰਦੇਵ ਨੂੰ ਗੁਰੂ ਜਾਣ ਕੇ ਉਹਨਾਂ ਦੀ ਸ਼ਰਨ ਚੱਲਿਆ ਹਾਂ। ਨਿਜ ਚੌਬਾਰੇ ਬਾਹਰ ਆਇਓ। ਔਰ ਆਪਣੇ ਚੁਬਾਰੇ ਤੋਂ ਪੋਥੀਆਂ ਲੈ ਕੇ ਬਾਬਾ ਮੋਹਨ ਜੀ ਥੱਲੇ ਆ ਰਹੇ ਹਨ। ਸ੍ਰੀ ਅਰਜਨ ਕੋ ਤਬ ਦਰਸਾਇਓ। ਔਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਦੇ ਹਨ। ਚਤੁਰ ਗੁਰੂ ਕੀ ਜੋਤ ਕਿਰਪਾਲਾ। ਕਹਿਣ ਲੱਗੇ ਸੱਚਮੁੱਚ ਤੁਸੀਂ ਬੜੇ ਵੱਡੇ ਨਿਮਰਤਾਵਾਨ ਹੋ। ਬੇਨਤੀ ਕੀਤੀ ਆ ਕੇ ਚਰਨਾਂ ਤੇ ਢਹਿ ਕੇ, ਤੁਸੀਂ ਅਤ ਦੇ ਸਿਆਣੇ ਹੋ, ਤੁਸੀਂ ਬੜੇ ਚਤੁਰ ਹੋ, ਗੁਰੂਆਂ ਦੀ ਤਰ੍ਹਾਂ ਤੁਸੀਂ ਅਤ ਦੇ ਗੰਭੀਰ ਹੋ। ਇਨ ਮਝਾਰ ਸੋ ਬਸਹਿ ਬਿਸਾਲਾ। ਕਹਿਣ ਲੱਗੇ ਇਸ ਤਰ੍ਹਾਂ ਹੀ ਕਰਕੇ ਤੁਸੀਂ ਸਾਰਿਆਂ ਦੇ ਦਿਲਾਂ ਤੇ ਰਾਜ ਕਰਦੇ ਹੋ, ਆਪਣੀ ਨਿਮਰਤਾ ਦੇ ਕਰਕੇ। ਤਾਂ ਕਰਕੇ ਰੂਹਾਨੀਅਤ ਦਾ ਖਜ਼ਾਨਾ ਸਿਰਫ ਤੁਹਾਡੇ ਅੰਦਰ ਹੀ ਟਿਕ ਸਕਦਾ ਹੈ। ਦੇਖ ਸਰੂਪ ਸੋ ਹੋਏ ਪ੍ਰਸੰਨ। ਜਦੋਂ ਇਸ ਤਰ੍ਹਾਂ ਦਾ ਸਰੂਪ ਦੇਖਿਆ, ਏਡੀ ਨਿਮਰਤਾ ਗੁਰੂ ਅਰਜਨ ਦੇਵ ਪਾਤਸ਼ਾਹ ਸਰੰਦਾ ਕੋਲ ਪਿਆ, ਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਹਟੇ ਨੇ, ਰੱਬੀ ਯਾਦ ਦਾ ਖੇੜਾ ਬਣਿਆ ਹੋਇਆ। ਉਸ ਸਰੂਪ ਨੂੰ ਦੇਖ ਕੇ ਉਸ ਮੋਹਣੀ ਸੂਰਤ ਨੂੰ ਦੰਗ ਰਹਿ ਗਏ। ਕਹਿਓ ਕਿ ਸ੍ਰੀ ਅਰਜਨ ਤੁਮ ਧੰਨ। ਕਹਿਣ ਲੱਗੇ ਧੰਨ ਹੋ ਗੁਰੂ ਅਰਜਨ ਸਾਹਿਬ ਪਾਤਸ਼ਾਹ, ਤੁਸੀਂ ਹੀ ਧੰਨ ਹੋ। ਇਹ ਗੁਰਤਾ ਗੱਦੀ ਤੇ ਤੁਸੀਂ ਹੀ ਸ਼ੋਭਾ ਪਾਉਂਦੇ ਹੋ। ਸਤਿਗੁਰ ਦੇਖਿਓ ਮੋਹਨ ਆਇਓ। ਜਦੋਂ ਸਤਿਗੁਰਾਂ ਨੇ ਨੇਤਰ ਖੋਲੇ, ਦੇਖਿਆ ਉਹ ਬਾਬਾ ਮੋਹਨ ਜਿਹੜੇ ਸਮਾਧੀ ਨਹੀਂ ਸਨ ਖੋਲਦੇ, ਜਿਨ੍ਹਾਂ ਨੂੰ ਬਾਬਾ ਬੁੱਢਾ ਸਾਹਿਬ ਨਾ ਉਠਾ ਸਕੇ, ਉਹ ਥੱਲੇ ਆ ਗਏ ਨੇ ਪੋਥੀਆਂ ਲੈ ਕੇ। ਆਵਾਜ਼ ਸੁਣੀ, ਸਤਿਗੁਰਾਂ ਨੇ ਨੇਤਰ ਖੋਲੇ ਹਨ। ਹੁਣ ਤੀਜੋ ਪਦ ਸ਼ਬਦ ਅਲਾਇਓ। ਔਰ ਫਿਰ ਤੀਸਰਾ ਸ਼ਬਦ ਉੱਥੇ ਮਹਾਰਾਜ ਨੇ ਗੌੜੀ ਰਾਗ ਦਾ ਉਚਾਰਨ ਕੀਤਾ ਹੈ। ਇਸ ਪਵਿੱਤਰ ਸ਼ਬਦ ਦੇ ਅਰਥ ਆਪਾਂ ਕੱਲ ਦੇ ਦੀਵਾਨ ਵਿੱਚ ਸ਼ਰਵਣ ਕਰਾਂਗੇ। ਸਮੇਂ ਅਨੁਸਾਰ ਅੱਜ ਇੱਥੇ ਹੀ ਇਤਿਹਾਸ ਨੂੰ ਵਿਰਾਮ ਹੈ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ। ਦਰੋਂ ਕਰੋ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ, ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜੇ ਹੋਏ ਸੁੰਦਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਦੇ ਸਮੂਹ ਸਾਧ ਸੰਗਤ ਜੀਓ, ਸਵਾਬ ਜੀ ਨੇ ਸਤਿਕਾਰਯੋਗ ਗਿਆਨੀ ਸ਼ਮਸ਼ੇਰ ਸਿੰਘ ਜੀ, ਉਹਨਾਂ ਦੇ ਪਾਸੋਂ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕੀਤਾ ਹੈ।
ਬੜੇ ਪ੍ਰੇਮ ਸਤਿਕਾਰ ਦੇ ਨਾਲ ਆਪ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਪ੍ਰਸੰਗ ਸਰਵਣ ਕਰਵਾ ਰਹੇ ਸਨ ਕਿ ਕਿਸ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਪੋਥੀਆਂ ਸਾਹਿਬ ਲੈਣ ਵਾਸਤੇ ਜਾਣਾ ਕੀਤਾ ਹੈ ਔਰ ਕਿਵੇਂ ਜੋ ਉੱਥੇ